साहिब जी। श्री नानक पद पंकज बंदना, सिमरो अंगद दोख निकंदना। अमरदास गुर हृदय ध्यावो, श्री गुरु रामदास गुण गावो। श्री अर्जन विघ्नन के नाशक, हर गोबिंद शुभ सुमत प्रकाशक। श्री हर राय नमो कर जोरी, गुर हर कृष्ण परम कृपाला। श्री गुरु गोबिंद हर पुन पुन सीसा। बंदों पार बार जगदीशा, जिसमें अमृत ज्ञान है, मानक भगत बैराग। श्री गुरु ग्रंथ साहिब उदद, बंदों कर अनुराग। एक अंकारा सतगुरु, ते प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम वाहिगुरु साहिब जी। कर नर दर्शन सदन सिधारे, खान पान सैना कर सारे। फिर आए केतक दिवस बिताए, पुरहे काम सिख संगत आए। वाहिगुरु जी का खालसा, वाहिगुरू जी की फतेह। गुरु गरीब नवाज, चवर छतर तख्त दे मालक, वालिए कुल आलम, लोक परलोक दे रखवाले शहनशाह। सद सुनदा सद वेखदा, शब्द रहिया भरपूर। शब्द गुरु समर्थ गुरु पूरा गुरु, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਅਤੇ ਮੇਰੀ ਪੀਰੀ ਦੇ ਮਾਲਕ, ਵੱਡ ਯੋਧਾ, ਗੌਰ ਪਰਉਪਕਾਰੀ ਸ਼ਹਿਨਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪ ਸਿੱਖ ਸੰਗਤਾਂ ਭਾਵਨਾ ਸਹਿਤ ਦਿਨ ਦੇ ਚੌਥੇ ਪਹਿਰ ਦੀ ਸਜੀ ਹੋਈ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ, ਆਪਣੇ ਸਵਾਸਾਂ ਨੂੰ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਰੱਬੀ ਬਾਣੀ ਦੀ ਕੀਰਤਨ ਰੂਪ ਵਿੱਚ ਗੁਰੂ ਪਿਆਰਿਆਂ ਨੇ ਆਪ ਜੀਆਂ ਨੂੰ ਸਰਵਣ ਕਰਵਾਈ ਹੈ। ਸਮਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਦਾ ਹੈ ਅਤੇ ਇਤਿਹਾਸ ਕਲਗੀਧਰ ਸਤਿਗੁਰੂ ਦੀ ਕਿਰਪਾ ਕਰਕੇ ਆਪਣਾ ਅਖਬਾਰ ਰਹੇ ਨੇ।
ਕੱਲ ਰੋਜ਼ ਆਪਾਂ ਸਾਖੀ ਸਰਵਣ ਕੀਤੀ ਹੈ ਕਿ ਕਲਗੀਧਰ ਸਤਿਗੁਰੂ ਜੀ ਬਠਿੰਡੇ ਦੇ ਕਿਲੇ ਵਿੱਚ ਪਹੁੰਚੇ। ਇੱਥੇ ਮੇਰੇ ਸਤਿਗੁਰਾਂ ਨੇ ਇੱਕ ਮਾਰਖੋਰਾ ਸਾਣ ਉਹਦਾ ਉਧਾਰ ਕੀਤਾ। ਗੁਰਸਿੱਖਾਂ ਦੀ ਸੂਰਬੀਰਤਾ ਨੂੰ ਪਰਖਿਆ, ਗੁਰਸਿੱਖਾਂ ਦੇ ਤਾਣ ਨੂੰ ਪਰਖਿਆ ਤੇ ਕਾਣੇ ਦਿਓ ਨੂੰ ਬਠਿੰਡੇ ਦੇ ਕਿਲੇ ਚੋਂ ਸਤਿਗੁਰਾਂ ਨੇ ਆਜ਼ਾਦ ਕੀਤਾ ਜਾਂ ਉਹਦਾ ਉਧਾਰ ਕਰ ਦਿੱਤਾ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਪਾਸ ਰਾਤ ਵੇਲੇ ਜਿਹੜੇ ਵਪਾਰੀ ਰੁਕੇ ਸੀ ਉਹਨਾਂ ਦੇ ਵੱਲੋਂ ਕੀਤਾ ਹੋਇਆ ਗੁਣਗਾਨ ਮੇਰੇ ਸਾਹਿਬਾਂ ਨੇ ਸੁਣਿਆ ਤੇ ਰੱਬੀ ਕੀਰਤੀ ਦੇ ਵਿੱਚ ਉਹਨਾਂ ਨੂੰ ਜੋੜਿਆ। ਸਤਿਗੁਰੂ ਜੀ ਉੱਥੋਂ ਚੱਲ ਕੇ ਸੰਮੀ ਨਗਰ ਪਹੁੰਚੇ। ਉੱਥੋਂ ਦੇ ਲੋਕਾਂ ਨੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ। ਦੁੱਧ ਨਾਲ, ਦਹੀਂ ਨਾਲ ਹੋਰ ਪਕਵਾਨ ਸਾਹਿਬਾਂ ਨੂੰ ਹਾਜ਼ਰ ਕੀਤੇ ਤੇ ਕਲਗੀਧਰ ਸਤਿਗੁਰੂ ਜੀ ਉੱਥੋਂ ਚੱਲ ਕੇ ਦਮਦਮਾ ਸਾਹਿਬ ਵਾਪਸ ਆ ਪਹੁੰਚੇ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਨਾਲ ਭੁੱਚੋ ਨਗਰ ਦਾ ਰਹਿਣ ਵਾਲਾ ਭਾਈ ਭਗਤੂ ਦਾ ਪੋਤਰਾ, ਗੌਰੇ ਦਾ ਪੁੱਤਰ, ਜਿਸ ਦਾ ਨਾਮ ਦਿਆਲ ਦਾਸ ਹੈ, ਉਹ ਵੀ ਰਸਦ ਪਾਣੀ ਲੈ ਕੇ ਨਾਲ ਹੀ ਤੁਰਿਆ ਫਿਰ ਰਿਹਾ ਸੀ। ਇਹਨੇ ਸਾਹਿਬਾਂ ਦੇ ਕਹਿਣ ਉੱਤੇ ਖੰਡੇ ਬਾਟੇ ਦੀ ਪੌੜ ਨਹੀਂ ਸੀ ਛਕੀ। ਕਹਿੰਦਾ ਸੀ ਅਸੀਂ ਤੇ ਮੁੱਢ ਤੋਂ ਹੀ ਸਿੱਖ ਹਾਂ, ਮੈਨੂੰ ਨਵੀਂ ਸਿੱਖੀ ਧਾਰਨ ਕਰਨ ਦੀ ਲੋੜ ਨਹੀਂ। ਸਾਹਿਬਾਂ ਨੇ ਆਖਿਆ ਸੀ ਇਹ ਵੇਲਾ ਹੈ ਤੇ ਹੁਣ ਅਸੀਂ ਆਪ ਤੈਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਉਣਾ ਚਾਹੁੰਦੇ ਹਾਂ, ਫਿਰ ਤੂੰ ਤਰਲੇ ਕਰਨੇ ਨੇ ਬਾਅਦ 'ਚ। ਸਾਹਿਬ ਥੋੜ੍ਹੇ ਜਿਹੇ ਖਫਾ ਹੋਏ, ਉੱਠ ਕੇ ਆਪਣੇ ਘਰ ਨੂੰ ਚਲਿਆ ਗਿਆ। ਜਦੋਂ ਸਤਿਗੁਰੂ ਜੀ ਦਮਦਮਾ ਸਾਹਿਬ ਤੋਂ ਚੱਲ ਕੇ ਵੱਖ-ਵੱਖ ਨਗਰਾਂ ਨੂੰ ਭਾਗ ਲਾ ਰਹੇ ਸੀ ਤੇ ਭੁੱਚੋ ਨਗਰ ਵੀ ਪਹੁੰਚੇ ਤੇ ਭਾਈ ਭਗਤੂ ਦੇ ਪੋਤਰੇ ਦਿਆਲ ਦਾਸ ਨੂੰ ਖਬਰ ਹੋਈ ਕਿ ਸਾਹਿਬ ਨਗਰ 'ਚ ਆਏ ਨੇ, ਮੈਂ ਜਲ ਪਾਣੀ ਨਾਲ ਸੇਵਾ ਕਰਾਂ। ਇਹਨੇ ਪ੍ਰਸ਼ਾਦਾ ਪਾਣੀ ਤੇ ਤਿਆਰ ਕੀਤਾ ਪਰ ਸਾਹਿਬਾਂ ਨੇ ਛਕਿਆ ਨਹੀਂ, ਕਿਉਂਕਿ ਗੁਰੂ ਕਾ ਬਚਨ ਨਹੀਂ ਸੀ ਮੰਨਿਆ। ਭਾਈ ਰਾਮੇ ਨੇ ਆਖਿਆ ਇਹ ਰਸਦ ਪਾਣੀ ਨਾਲ ਲੈ ਕੇ ਤੁਰ ਪਏ। ਪਤਾ ਨਹੀਂ ਸਤਿਗੁਰਾਂ ਨੇ ਕਿੱਥੇ ਰੀਝ ਪੈਣਾ ਆ। ਜਿਹੜਾ ਸ਼ਰਨ ਆਉਂਦਾ ਹੈ ਸਤਿਗੁਰੂ ਜੀ ਉਹਨੂੰ ਕੰਠ ਲਾ ਲੈਂਦੇ ਹੁੰਦੇ ਨੇ। ਇਹ ਬਹੁਤ ਸਾਰੇ ਨਗਰਾਂ ਵਿੱਚ ਨਾਲ ਰਿਹਾ। ਤੀਜੇ ਚੌਥੇ ਦਿਨ ਜਦੋਂ ਵਾਪਸੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਹੋਈ ਤੇ ਇਹਨੇ ਫਿਰ ਫਰਿਆਦ ਕੀਤੀ। ਭਾਈ ਰਾਮੇ ਨੇ ਇਹਦੇ ਵੱਲੋਂ ਹੱਥ ਜੋੜ ਕੇ ਆਖਿਆ ਪਾਤਸ਼ਾਹ ਜੀ ਬਖਸ਼ ਲਓ, ਹੁਣ ਕਰ ਦਿਓ ਕਿਰਪਾ। ਭਾਈ ਰਾਮੇ ਨੇ ਵੀ ਅਰਜ਼ੋਈ ਕੀਤੀ ਤੇ ਭਾਈ ਭਗਤੂ ਨੇ ਵੀ ਹੱਥ ਜੋੜੇ। ਭਾਈ ਭਗਤੂ ਦੇ ਪੋਤਰੇ ਦਿਆਲ ਦਾਸ ਨੇ ਵੀ ਜਦੋਂ ਹੱਥ ਜੋੜੇ ਮੇਰੇ ਸਾਹਿਬਾਂ ਨੇ ਬਖਸ਼ ਲਿਆ ਜੀ, ਕਿਰਪਾ ਕਰ ਦਿੱਤੀ। ਇਹਦੇ ਵੱਲੋਂ ਲਿਆਂਦੀ ਹੋਈ ਰਸਦ ਲੰਗਰ ਸੰਗਤ ਦੇ ਵਿੱਚ ਵਰਤਾ ਦਿੱਤਾ। ਕਹਿੰਦਾ ਸੀ ਪਾਤਸ਼ਾਹ ਖਰਾਬ ਹੋ ਗਿਆ ਹੋਣਾ, ਵਰਤਨਯੋਗ ਨਹੀਂ ਰਿਹਾ ਹੋਣਾ। ਕਲਗੀਧਰ ਸਤਿਗੁਰਾਂ ਨੇ ਰਹਿਮਤ ਕੀਤੀ ਤੇ ਜਿਹੜਾ ਰਸਦ ਪਾਣੀ ਠੀਕ ਸੀ ਵਿੱਚੋਂ ਵਰਤੋਂ ਦੇ ਲਈ ਉਹ ਸੰਗਤ ਵਿੱਚ ਵਰਤਾ ਦਿੱਤਾ। ਕੁਝ ਸਿੱਖ ਮਗਰੋਂ ਆਏ, ਪ੍ਰਸ਼ਾਦਾ ਪਾਣੀ ਵਰਤ ਚੁੱਕਾ ਸੀ, ਚਾਲੇ ਪਾ ਗਿਆ। ਇਹਨੇ ਆਪਣੀ ਇੱਕ ਛਾਪ ਲਾ ਕੇ ਦੇ ਦਿੱਤੀ ਤੇ ਉਹਨਾਂ ਗੁਰਸਿੱਖਾਂ ਨੂੰ ਵੀ ਕਿਹਾ ਤੁਸੀਂ ਬਾਹਰੋਂ ਕੁਝ ਛਕ ਕੇ ਤੇ ਤੁਹਾਡੀ ਤ੍ਰਿਪਤੀ ਹੋ ਜਾਏ, ਤੁਸੀਂ ਕਿਤੇ ਮੇਰੀ ਹੁਣ ਸ਼ਿਕਾਇਤ ਨਾ ਕਰ ਦਿਓ। ਕਲਗੀਧਰ ਦੇ ਪਾਸ ਮਸਾਂ ਸਤਿਗੁਰਾਂ ਨੇ ਮੈਨੂੰ ਬਖਸ਼ਿਆ ਹੈ। ਖੰਡੇ ਬਾਟੇ ਦੀ ਪੌੜ ਦਿਆਲ ਦਾਸ ਨੇ ਪ੍ਰਾਪਤ ਕੀਤੀ। ਕਲਗੀਧਰ ਸਤਿਗੁਰੂ ਦੀ ਦਮਦਮਾ ਸਾਹਿਬ ਦੀ ਧਰਤੀ ਨੇ। ਇੱਥੋਂ ਦਾਸਤਾਂ ਅਗਾਂਹ ਆਪਾਂ ਰਲ ਮਿਲ ਕੇ ਵਿਚਾਰਨੀ ਆ। ਪਾਤਸ਼ਾਹ ਕਿਰਪਾ ਕਰਨ, ਆਪ ਵਿੱਚ ਵਰਤਨ, ਆਪਣੀ ਵਡਿਆਈ, ਆਪਣੀ ਸ਼ੋਭਾ ਮੇਰੇ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਕਰਵਾ ਲੈਣ। ਸੰਗਤ ਜੀ ਮਨ ਚਿਤ ਬਿਰਤੀ ਇਕਾਗਰ ਕਰੀਏ, ਰਸਨਾ ਨੂੰ ਕਰੋ ਪਵਿੱਤਰ ਤੇ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਵਾਹਿਗੁਰੂ ਜੀ। ਕਰ ਨਰ ਦਰਸ਼ਨ ਸਦਨ ਸਿਧਾਰੇ, ਖਾਨ ਪਾਨ ਸੈਨਾ ਕਰ ਸਾਰੇ। ਕਲਗੀਧਰ ਸਤਿਗੁਰੂ ਸਾਹਿਬ ਇੱਥੋਂ ਤੱਕ ਪੜ੍ਹਨਾ, ਬਾਕੀ ਛੱਡ ਦੇਣਾ। ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਸ਼ੋਭਨੀਕ ਨੇ। ਦੀਵਾਨ ਸਜਦਾ ਹੈ, ਰੱਬੀ ਬਾਣੀ ਦੀ ਰਚਨਾ ਹੋ ਰਹੀ ਹੈ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਭਾਈ ਮਣੀ ਸਿੰਘ ਜੀਆਂ ਪਾਸੋਂ ਉਹਨਾਂ ਦੇ ਸਹਾਇਕ ਬਾਬਾ ਦੀਪ ਸਿੰਘ ਨੂੰ ਲਾ ਕੇ ਤੇ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਰੂਪ ਵੀ ਤਿਆਰ ਕਰ ਰਹੇ ਨੇ।
ਦਮਦਮਾ ਸਾਹਿਬ ਦੀ ਧਰਤੀ ਤੋਂ ਹੀ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਜਿਹੜਾ ਸਵਰੂਪ, ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਾਬੇ ਧੀਰਮਲ ਦੇ ਪਰਿਵਾਰ ਕੋਲ ਸੀ, ਉਹ ਲੈਣ ਵਾਸਤੇ ਕਰਤਾਰਪੁਰ ਸਾਹਿਬ ਸਿੰਘਾਂ ਨੂੰ ਭੇਜਿਆ। ਅੱਗੋਂ ਟਣਕਾ ਕੇ ਉਹਨਾਂ ਨੇ ਤੋਰ ਦਿੱਤਾ ਜੀ ਨਹੀਂ, ਤੁਸਾਂ ਸਰੂਪ ਕੀ ਕਰਨਾ, ਕਿਉਂਕਿ ਇਹਨਾਂ ਨੂੰ ਇਹ ਸੀ ਕਿ ਜਿਹਦੇ ਪਾਸ ਰੱਬੀ ਬਾਣੀ ਹੋਵੇਗੀ, ਜਿਹਦੇ ਪਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੋਵੇਗਾ, ਉਸ ਵੇਲੇ ਤੱਕ ਜਿੰਨੀ ਬਾਣੀ ਦਰਜ ਸੀ ਉਹਨੂੰ ਹੀ ਲੋਕਾਂ ਨੇ ਗੁਰੂ ਮੰਨਣਾ ਆ। 3 ਵਾਰੀ ਮੇਰੇ ਸਾਹਿਬਾਂ ਨੇ ਭੇਜਿਆ ਤੇ ਤੀਜੀ ਵਾਰੀ ਫਿਰ ਇਹਨਾਂ ਅੱਗੋਂ ਜਵਾਬ ਦਿੱਤਾ, ਜੇ ਗੁਰੂ ਸਮਰੱਥ ਆ ਤੇ ਫਿਰ ਉਹਨੂੰ ਤੇ ਲੋੜ ਹੀ ਨਹੀਂ, ਉਹ ਤੇ ਹੋਰ ਬਾਣੀ ਰੱਖ ਸਕਦੇ। ਤਾਂ ਕਰਕੇ ਫਿਰ ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ, ਜਿਹਨੂੰ ਮੇਰੇ ਸਾਹਿਬਾਂ ਗੁਰੂ ਕੀ ਕਾਂਛੀ ਵੀ ਆਖਿਆ, ਫਿਰ ਇੱਥੇ ਰਹਿਮਤ ਕੀਤੀ। ਭਾਈ ਮਣੀ ਸਿੰਘ ਸਾਹਿਬ ਜੀਆਂ ਨੂੰ ਲਿਖਾਰੀ ਲਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਕਲਮਾਂ ਦਾ, ਦਵਾਤ ਦਾ, ਕਾਗਜ਼ ਦਾ ਪ੍ਰਬੰਧ ਕਰਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਲਿਖੀ ਜਾ ਰਹੀ। ਕਲਗੀਧਰ ਪਾਤਸ਼ਾਹ ਆਪਣੇ ਕੰਠ ਤੋਂ ਬਾਣੀ ਉਚਾਰਨ ਕਰਦੇ ਨੇ। ਜਿੰਨੀ ਬਾਣੀ ਲਿਖੀ ਜਾਂਦੀ ਆ ਉਹਦੇ ਅਰਥ ਵੀ ਨਾਲ ਸਿੰਘਾਂ ਨੂੰ ਸਤਿਗੁਰੂ ਜੀ ਦ੍ਰਿੜ ਕਰਵਾਉਂਦੇ ਹਨ। ਹੁਣ ਇਵੇਂ ਸਵੇਰ ਸ਼ਾਮ ਸਤਿਗੁਰੂ ਜੀ ਦਾ ਦੀਵਾਨ ਸਜਦਾ ਏ, ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੇ, ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦੀਆਂ ਨੇ। ਸਤਿਗੁਰੂ ਸਾਹਿਬ ਮਹਾਰਾਜ ਦੇ ਰਹਿਮਤ ਨਾਲ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਸਾਰੇ ਸਿੱਖ ਛਕਦੇ ਹਨ। ਗੁੜ ਸੰਗਤ ਆਉਂਦੀ ਹੈ, ਕਈ ਕੁਝ ਦਿਨ ਰੁਕ ਕੇ ਜਾਂਦੇ ਨੇ, ਕਈ ਆਉਂਦਿਆਂ ਹੀ ਦਰਸ਼ਨ ਕਰਕੇ ਵਾਪਸ ਘਰਾਂ ਨੂੰ ਮੁੜ ਜਾਂਦੇ ਹਨ। ਇੱਕ ਦਿਨ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਡੱਲੇ ਨੂੰ ਨਾਲ ਲਿਆ, ਕੁਝ ਸਿੰਘਾਂ ਨੂੰ ਨਾਲ ਲਿਆ ਤੇ ਸ਼ਿਕਾਰ ਖੇਡਣ ਤੁਰ ਪਏ ਨੇ ਸ੍ਰੀ ਦਮਦਮਾ ਸਾਹਿਬ ਤੋਂ। ਸਤਿਗੁਰੂ ਸਾਹਿਬ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਜਦੋਂ ਜੰਗਲ ਵੱਲ ਗਏ, ਥੋੜੀ ਜੀ ਦੂਰ ਜਦੋਂ ਜੰਗਲ ਵਿੱਚ ਪਹੁੰਚ ਗਏ, ਇੱਕ ਤੀਰ ਸਾਹਿਬਾਂ ਨੇ ਆਪਣੇ ਪੱਥੇ ਚੋਂ ਕੱਢਿਆ, ਕਮਾਨ ਦੀ ਤੰਦੀ ਤੇ ਚਾੜਿਆ, ਉਹ ਤੀਰ ਖਿੱਚ ਕੇ ਜਦੋਂ ਛੱਡਿਆ ਹੈ। ਸਤਿਗੁਰਾਂ ਦਾ ਚਲਾਇਆ ਹੋਇਆ ਤੀਰ ਜਾ ਕੇ ਇੱਕ ਹਿਰਨ ਦੇ ਵੱਜਿਆ, ਇੱਕ ਮਿਰਗ ਦੇ ਵੱਜਿਆ ਤੇ ਤੀਰ ਵੱਜਦਿਆਂ ਸਾਰ ਉਹ ਮਿਰਗ ਧਰਤੀ ਤੇ ਡਿੱਗ ਪਿਆ ਤੇ ਜਦੋਂ ਉਹ ਮਰ ਗਿਆ ਕਲਗੀਧਰ ਸਤਿਗੁਰਾਂ ਦੇ ਹੱਥੋਂ, ਤੇ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ ਨੇ। ਜਦੋਂ ਸਤਿਗੁਰੂ ਜੀ ਹੱਸੇ ਤੇ ਕਵੀ ਜੀ ਕਹਿੰਦੇ ਆ ਉਸ ਵੇਲੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਹੋਠ ਖੁੱਲੇ ਹੋਏ ਸਨ ਤੇ ਬੁੱਲਾਂ ਦੇ ਵਿੱਚੋਂ ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਜਿਹੜੇ ਦੰਦ ਨੇ ਓਸਟ ਬੀਚ ਦਸਣ ਦੁੱਤ ਲੱਸੇ। ਕਹਿੰਦੇ ਬੁੱਲਾਂ ਦੇ ਵਿੱਚੋਂ ਦੰਦ ਮੋਤੀਆਂ ਵਰਗੇ ਹੱਸਦਿਆਂ ਦੇ ਬੜੇ ਸੋਹਣੇ ਫੱਬਦੇ ਦਿਖਾਈ ਦੇ ਰਹੇ ਸਨ। ਤੇ ਭਾਈ ਡੱਲਾ ਨਾਲ ਸੀ। ਜਦੋਂ ਸਤਿਗੁਰੂ ਜੀ ਹੱਸੇ ਖਿੜਖੜਾ ਕੇ ਹਿਰਨ ਨੂੰ ਮਾਰਨ ਤੋਂ ਬਾਅਦ ਤੇ ਭਾਈ ਡੱਲੇ ਨੇ ਸਵਾਲ ਕੀਤਾ, ਪਾਤਸ਼ਾਹ ਜੀ ਸ਼ਿਕਾਰ ਤੇ ਤੁਸੀਂ ਅੱਗੇ ਵੀ ਖੇਡਦੇ ਹੋ ਤੇ ਅੱਜ ਇਸ ਹਿਰਨ ਦਾ ਉਧਾਰ ਤੁਸੀਂ ਕੀਤਾ, ਇਸ ਹਿਰਨ ਨੂੰ ਮਾਰ ਕੇ ਸ਼ਿਕਾਰ ਖੇਡ ਕੇ ਤੁਸੀਂ ਹੱਸੇ ਕਿਉਂ? ਸਵਾਲ ਕੀਤਾ ਹੈ ਭਾਈ ਡੱਲੇ ਨੇ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਡੱਲਿਆ, ਜੇ ਤੂੰ ਪੁੱਛਦਾ ਤੇ ਤੈਨੂੰ ਦੱਸਦੇ ਆ ਅਸੀਂ ਹੱਸੇ ਕਿਉਂ। ਹੱਸੇ ਇਸ ਕਰਕੇ ਆ ਕਿਉਂਕਿ ਗੁਰੂ ਕੱਲਾ ਵਰਤਮਾਨ ਨੂੰ ਨਹੀਂ ਜਾਣਦਾ, ਗੁਰੂ ਸਾਡੇ ਬੀਤੇ ਹੋਏ ਨੂੰ ਵੀ ਜਾਣਦਾ ਹੈ, ਗੁਰੂ ਸਾਡੇ ਆਉਣ ਵਾਲੇ ਨੂੰ ਵੀ ਜਾਣਦਾ ਹੈ। ਤਾਂ ਹੀ ਤੇ ਅਸੀਂ ਉਹਨੂੰ ਲੋਕ ਪਰਲੋਕ ਦਾ ਸਹਾਇਕ ਆਖਦੇ ਹਾਂ। ਸਾਡੇ ਕੀ ਕਰਮ ਨੇ, ਕੀ ਕੁਕਰਮ ਨੇ, ਕੀ ਸੁਕਰਮ ਨੇ, ਇਹ ਸਤਿਗੁਰੂ ਨੂੰ ਪਤਾ ਹੈ। ਸਾਨੂੰ ਇਸ ਗੱਲ ਦਾ ਭੇਦ ਨਹੀਂ, ਅਸੀਂ ਨਹੀਂ ਇਸ ਗੱਲ ਨੂੰ ਜਾਣਦੇ, ਸਾਨੂੰ ਸਮਝ ਨਹੀਂ ਆ। ਸਾਨੂੰ ਲੱਗਦਾ ਇਹ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਤੇ ਵੱਧ ਤੋਂ ਵੱਧ ਸਾਨੂੰ ਆਪਣੇ ਬਚਪਨ ਦੀਆਂ ਕੁਝ ਘਟਨਾਵਾਂ ਚੇਤੇ ਨੇ, ਉਹ ਵੀ ਉਹ ਚੇਤੇ ਨੇ ਜਦੋਂ ਅਸੀਂ ਥੋੜ੍ਹੀ ਜਿਹੀ ਸੁਰਤ ਸੰਭਾਲ ਲਈ। ਅਸੀਂ ਇਹਨੂੰ ਹੀ ਆਪਣਾ ਜੀਵਨ ਮੰਨੀ ਬੈਠੇ ਹੋਏ, ਬਸ ਇੱਥੇ ਕੋਈ ਸ਼ੁਰੂਆਤ ਹੋਈ ਸੀ, ਕਿਸੇ ਦਾ 47 'ਚ ਜਨਮ ਹੋਇਆ ਹੋਵੇਗਾ, ਕਿਸੇ ਦਾ 2 ਸਾਲ ਉਸ ਤੋਂ ਪਹਿਲਾਂ ਜਾਂ 4 ਸਾਲ ਮਗਰੋਂ ਹੋਇਆ ਹੋਵੇਗਾ, ਕਿਸੇ ਦਾ 80ਵੇਂ ਦਹਾਕੇ 'ਚ 8ਵੇਂ 'ਚ ਹੋਇਆ ਹੋਵੇਗਾ, ਕੋਈ 90 ਦਾ ਹੋਵੇਗਾ ਇਸ ਵੇਲੇ, ਕਿਸੇ ਦੀ ਉਮਰ ਕੋਈ 30 ਦਾ, ਕੋਈ 40 ਦਾ। ਉਹਨੇ ਜੋ ਕੁਝ ਆਪਣੀ ਦ੍ਰਿਸ਼ਟੀ ਨਾਲ ਵੇਖਿਆ, ਸਾਨੂੰ ਲੱਗਦਾ ਹੈ ਕਿ ਬਸ ਇਹ ਹੀ ਕੁਛ ਆ ਜੋ ਚੱਲ ਰਿਹਾ, ਜਿੰਨਾ ਕਿ ਸਾਨੂੰ ਚੇਤੇ ਆ ਉਹ ਹੀ ਜ਼ਿੰਦਗੀ ਸੀ।
पर पातशाह जी कृपा करते आ। पातशाह कहते आ ऐसे घर हम बहुत बसाए जब हम राम गर्भ होए आए। सतगुरु साहब महाराज जी आखे कत की माई बाप कत केरा किदू थावो हम आए। इस गल का तो सानू भेद ही नहीं कि कई जन्म पए कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बृख जोयो, मिल जगदीश मिलन की बरिया, चिरंकाल ए दे संजरिया। रबी बाणी दा बोलिया जन्म जन्म की इस मन को मल लागी काला हुआ सिया। ये जन्नियां चूना भोग के आया, उन्हां दी छाप उन्हां दा कलंक उस जन्म विच कीते होए कुकर्मे दे मस्तक दे उत्ते ने जी। जन्म जन्म की इस मन को मल लागी काला हुआ स्याह, खनली धोती उजल ना हो वही जे 100 धोवन पा। पर सानू ਉਹਦਾ ਭੇਦ नहीं आ, ਅਸੀਂ ਭੁੱਲ ਗਏ ਆ, ਅਸੀਂ ਵਿਸਾਰੀ ਬੈਠੇ ਆ, ਸਾਨੂੰ ਚੇਤੇ ਨਹੀਂ ਹੈ ਉਹ ਗੱਲ। ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਜਦੋਂ ਸਵਾਸਾਂ ਦਾ ਖਜ਼ਾਨਾ ਮਿਲਿਆ ਤੇ ਭਗਤ ਫਰੀਦ ਸਾਹਿਬ ਕਹਿੰਦੇ ਆ ਉੱਥੇ ਜਿਤ ਦਿਹਾੜੈ ਧਨਵਰੀ ਸਾਹੇ ਲਏ ਲਖਾਏ। ਉੱਥੇ ਸਾਹਾ ਲਿਖਿਆ ਗਿਆ, ਪਰ ਸਾਨੂੰ ਉਸ ਲਿਖੀ ਹੋਈ ਤਾਰੀਖ ਦਾ ਚੇਤਾ ਭੁੱਲ ਗਿਆ ਵੀ ਉਹ ਸਾਹਾ ਕਿਹੜਾ ਸੀ ਜਦੋਂ ਵਾਪਸੀ ਫਿਰ ਉਹਦੇ ਘਰ ਨੂੰ ਹੋਣੀ ਆ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇਹ ਅਵਨ। ਸਾਨੂੰ ਉਸ ਦਿਨ ਦਾ ਵੀ ਚੇਤਾ ਭੁੱਲ ਗਿਆ। ਹੁਣ ਸਤਿਗੁਰੂ ਦੀ ਸ਼ਰਨ ਵਿੱਚ ਕਿਉਂ ਪੈਣਾ ਹੈ? ਕਿਉਂਕਿ ਸਤਿਗੁਰੂ ਹੀ ਉਹ ਵਸੀਠ ਹੈ, ਸਤਿਗੁਰੂ ਹੀ ਉਹ ਵਿਚੋਲਾ ਆ ਜਿਹੜਾ ਸਾਡਾ ਮਿਲਾਪ ਉਸ ਪਰਮਾਤਮਾ ਦੇ ਨਾਲ ਕਰਵਾ ਸਕਦਾ ਹੈ। ਸਤਿਗੁਰੂ ਹੀ ਉਹ ਧਿਰ ਹੈ ਜਿਹੜੀ ਸਾਨੂੰ ਵੀ ਜਾਣਦੀ ਹੈ ਤੇ ਪ੍ਰਮਾਤਮਾ ਦਾ ਰੂਪ ਆ। ਸਾਡੀ ਬਾਹ ਫੜ ਕੇ ਉਹਨੇ ਉਸ ਅਕਾਲ ਪੁਰਖ ਨਾਲ ਸਾਡਾ ਮਿਲਾਪ ਕਰਵਾ ਦੇਣਾ। ਹੁਣ ਅਸੀਂ ਕੇਵਲ ਆਪਣੇ ਇਸ ਜਨਮ ਨੂੰ ਜਿੰਨੇ ਕਿ ਸਾਨੂੰ ਸਮਝ ਆ ਜਾਂ ਜਿੰਨੇ ਕਿ ਸਾਡੀ ਯਾਦ ਸ਼ਕਤੀ ਆ ਅਸੀਂ ਇਹਨੂੰ ਹੀ ਮੰਨੀ ਬੈਠੇ, ਬਸ ਇਹੋ ਕੁਛ ਆ ਜੋ ਕੁਛ ਅਸੀਂ ਵੇਖਿਆ। ਇਸ ਤੋਂ ਪਿੱਛੇ ਕੀ ਸੀ, ਇਸ ਤੋਂ ਅਗਾਂਹ ਕੀ ਹੋਣਾ ਆ, ਇਹਦਾ ਸਾਨੂੰ ਭੇਦ ਨਹੀਂ। ਹੁਣ ਜਦੋਂ ਕਲਗੀਧਰ ਸਾਹਿਬਾਂ ਨੇ ਉਸ ਮਿਰਗ ਦਾ ਸ਼ਿਕਾਰ ਕੀਤਾ ਜੀ, ਉਹ ਧਰਤੀ ਤੇ ਡਿੱਗ ਪਿਆ। ਜਦੋਂ ਉਹ ਧਰਤੀ ਤੇ ਡਿੱਗਿਆ ਤੇ ਸਤਿਗੁਰੂ ਜੀ ਮੁਸਕਰਾ ਪਏ। ਸਤਿਗੁਰੂ ਜੀ ਜਦੋਂ ਹੱਸੇ ਤੇ ਭਾਈ ਡੱਲਾ ਕਹਿੰਦਾ ਜੀ ਸ਼ਿਕਾਰ ਤੇ ਅੱਗੇ ਵੀ ਖੇਡ ਦਿਓ, ਅੱਗੇ ਨਹੀਂ ਅੱਜ ਵਾਂਗ ਹੱਸੇ ਜਿਵੇਂ ਅੱਜ ਹੱਸੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹੱਸੇ ਤਾਂ ਕਰਕੇ ਆ। ਹੁਣ ਭਾਈ ਡੱਲੇ ਨੂੰ ਨਹੀਂ ਨਾ ਪਤਾ ਵੀ ਉਹ ਹਿਰਨ ਕੀ ਆ। ਪਹਿਲਾਂ ਕਲਗੀਧਰ ਪਾਤਸ਼ਾਹ ਕਹਿੰਦੇ ਹੱਸੇ ਤਾਂ ਕਰਕੇ ਆ ਵੀ ਇਹ ਸਾਡਾ ਖਜ਼ਾਨਚੀ ਰਿਹਾ ਆ, ਇਹ ਸਾਡਾ ਖਜ਼ਾਨਚੀ ਰਿਹਾ ਆ। ਪਹਿਲਾਂ ਹੱਸੇ ਤਾਂ ਕਰਕੇ ਆ ਕਿ ਅਸੀਂ ਇਹਨੂੰ ਵਰਜਦੇ ਰਹੇ। ਉਸ ਵੇਲੇ ਇਹ ਬਹੁਤ ਕੁੰਡੀ ਲਾਉਂਦਾ ਸੀ ਵਿੱਚੋਂ, ਇਹ ਬਹੁਤ ਸਾਰੀ ਮਾਇਆ ਵਿੱਚੋਂ ਖਰਾਬ ਕਰਦਾ ਸੀ। ਖਰਾਬ ਕਰਨ ਤੋਂ ਭਾਵ ਮਾਇਆ ਦੀ ਦੁਰਵਰਤੋਂ ਕਰਦਾ ਸੀ। ਅਸੀਂ ਇਹਦੇ ਤੇ ਭਰੋਸਾ ਕਰਕੇ ਇਹਨੂੰ ਆਪਣਾ ਖਜ਼ਾਨਚੀ ਲਾਇਆ ਸੀ, ਪਰ ਇਹਦੀ ਨੀਅਤ ਗੁਰੂ ਘਰ ਵਿੱਚ ਖਜ਼ਾਨਚੀ ਵਜੋਂ ਸੇਵਾ ਨਿਭਾਉਂਦਿਆਂ ਹੋਇਆਂ ਵੀ, ਗੁਰੂ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਤੋਂ ਦੂਰ ਸੀ। ਇਹ ਆਪਣੀ ਮਨ ਮਰਜ਼ੀ ਕਰਦਾ ਰਿਹਾ, ਆਪਣੀ ਬਦਫੈਲੀ ਕਰਦਾ ਰਿਹਾ ਹੈ। ਖਰਾਬ ਕਰਿਓ ਅਰ ਖਾਇਓ ਤੇ ਸਗਤੇ ਇਹ ਮ੍ਰਿਗ ਤਨ ਪਾਇਓ। ਕਹਿ ਲੱਗੇ ਇਹਨੇ ਚੋਰੀ ਕੀਤੀ, ਇਹਨੇ ਪਰਾਇਆ ਹੱਕ ਖਾਧਾ ਜਿਹਦੇ ਤੇ ਇਹਦਾ ਹੱਕ ਨਹੀਂ ਸੀ ਬਣਦਾ। ਇਹ ਹੁਣ ਇਕੱਲੀ ਸਾਖੀ ਤੱਕ ਆਪਾਂ ਸੀਮਤ ਨਹੀਂ ਰਹਿਣਾ, ਇਹਨੂੰ ਹੁਣ ਆਪਾਂ ਸਮਝਣ ਦਾ ਯਤਨ ਕਰਨਾ ਹੈ ਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਵੇਖਣ ਦਾ ਯਤਨ ਕਰਨਾ ਕਿ ਅਸੀਂ ਕਿੱਥੇ ਕਿੱਥੇ ਕੁੰਡੀ ਲਾ ਰਹੇ ਹਾਂ। ਅਸੀਂ ਪਰਾਇਆ ਹੱਕ ਕਿਹੜੇ ਕਿਹੜੇ ਰੂਪ ਦੇ ਵਿੱਚ ਖੋਹ ਕੇ ਆਪਣੇ ਜ਼ੋਰ ਨਾਲ, ਆਪਣੇ ਤਾਣ ਨਾਲ, ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹੋਇਆ, ਜਾਂ ਜਿਹੜਾ ਕੋਈ ਵਸੀਲਾ ਸਾਨੂੰ ਮਿਲਿਆ ਹੈ ਅਸੀਂ ਉਹਦੀ ਦੁਰਵਰਤੋਂ ਕਰਦਿਆਂ ਹੋਇਆ ਕਿਵੇਂ ਪਰਾਇਆ ਹੱਕ ਲੈ ਕੇ ਆ ਰਹੇ। ਕਿਉਂਕਿ ਰੱਬੀ ਬਾਣੀ ਨੇ ਬਿਲਕੁਲ ਵਰਜਿਆ ਜੀ ਪਰਾਇਆ ਹੱਕ ਲੈ ਕੇ ਆਉਣ ਤੋਂ। ਰੱਬੀ ਬਾਣੀ ਦੇ ਬੋਲ ਨੇ ਮੇਰੇ ਸਾਹਿਬ ਜੀ ਕਿਰਪਾ ਕਰਦਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਦਿਆ ਕਿ ਜਿਵੇਂ ਮੁਸਲਮਾਨ ਦੇ ਵਾਸਤੇ ਸੂਰ ਦਾ ਮਾਸ ਖਾਣਾ ਜਿਹੜਾ ਉਹ ਗੁਨਾਹ ਹੈ, ਪਾਪ ਆ। ਹਿੰਦੂ ਵੀਰ ਗਾਂ ਖਾਣ ਦਾ, ਗਾਂ ਦਾ ਮਾਸ ਖਾਣ ਤੋਂ ਵਰਜੇ ਰਹਿੰਦੇ ਨੇ, ਆਪਣੇ ਆਪ ਦੇ ਵਿੱਚ ਵੱਡਾ ਪਾਪ ਸਮਝਦੇ ਆ ਉਸ ਗੱਲ ਨੂੰ। ਤੇ ਪਾਤਸ਼ਾਹ ਕਹਿੰਦੇ ਜੇ ਪਰਾਇਆ ਹੱਕ ਖਾ ਰਹੇ ਹੋ ਤੇ ਇਸ ਗੱਲ ਦਾ ਚੇਤਾ ਰੱਖੋ ਕਿ ਭਈ
ਜੇ ਤੂੰ ਸੂਰ ਨਹੀਂ ਨਾ ਖਾਂਦਾ ਤੇ ਇਹ ਵੀ ਜੇ ਮੁਰਦਾਰ ਖਾਣ ਨਾਲੋਂ ਘੱਟ ਨਹੀਂ ਆ ਜਿਹੜਾ ਤੂੰ ਪਰਾਇਆ ਹੱਕ ਖਾ ਰਿਹਾ ਕਿਸੇ ਦਾ। ਜਿਸ ਚੀਜ਼ ਤੇ ਤੇਰਾ ਹੱਕ ਨਹੀਂ, ਜਿਸ ਚੀਜ਼ ਦੇ ਉੱਤੇ ਤੇਰਾ ਕਿਸੇ ਪ੍ਰਕਾਰ ਕੋਈ ਹੱਕ ਨਹੀਂ ਆ, ਜਿਸ ਵਸਤੂ ਦੇ ਤੂੰ ਯੋਗ ਨਹੀਂ, ਜਿਹੜੀ ਤੇਰੀ ਆਪਣੀ ਨਹੀਂ, ਉਹ ਧਨ ਹੋ ਸਕਦਾ ਹੈ, ਉਹ ਪਰਾਇਆ ਧਨ ਹੋ ਸਕਦਾ ਹੈ। ਸਤਿਗੁਰਾਂ ਨੇ ਵਰਜਿਆ ਜੀ ਇਸ ਕੰਮ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਕਹਿੰਦੇ ਇਹਨੇ ਅਧਿਕ ਖਰਾਬ ਕਰਿਓ ਅਰ ਖਾਇਓ। ਇਹਨੇ ਬਹੁਤ ਬੇਗਾਨਾ ਹੱਕ ਖਰਾਬ ਕੀਤਾ, ਭਾਵ ਇਹਨੇ ਗੁਰੂ ਘਰ ਦੀ ਮਾਇਆ ਨੂੰ ਬਰਬਾਦ ਕੀਤਾ। ਇਸ ਗੱਲ ਨੂੰ ਸਮਝਣਾ ਚਾਹੀਦਾ ਹੈ। ਬੇਸ਼ੱਕ ਕੋਈ ਗੁਰੂ ਘਰ ਦਾ ਪ੍ਰਬੰਧਕ ਆ, ਕਿਸੇ ਦਾ ਵੀ, ਕਿਸੇ ਮਹੱਲੇ ਦੇ ਗੁਰਦੁਆਰੇ ਦਾ ਹੋ ਸਕਦਾ ਹੈ, ਕਿਸੇ ਨਗਰ ਦੇ ਗੁਰਦੁਆਰੇ ਦਾ ਹੋ ਸਕਦਾ, ਜਾਂ ਕਿਸੇ ਵੀ ਸੰਸਥਾ ਦਾ ਕੋਈ ਪ੍ਰਬੰਧਕ ਹੈ। ਇਹ ਗੱਲ ਸਾਰਿਆਂ ਵਾਸਤੇ ਆ ਜੀ। ਇਹ ਚਾਹੇ ਕੋਈ ਸੇਵਾਦਾਰ ਆ, ਚਾਹੇ ਕੋਈ ਗ੍ਰੰਥੀ ਸਿੰਘ ਆ, ਚਾਹੇ ਕੋਈ ਕਿਸੇ ਵੀ ਕਿੱਤੇ ਦੇ ਨਾਲ ਜੁੜਿਆ ਹੋਇਆ, ਜਦੋਂ ਕੋਈ ਆਪਣੀ ਦਸਾਂ ਨਹੁੰਆਂ ਦੀ ਕਿਰਤ ਨਾਲੋਂ ਬੇਗਾਨਾ ਪੈਸਾ ਕੋਈ ਇੱਕ ਵੀ ਖਾਂਦਾ ਆ, ਜਾਂ ਬੇਗਾਨੇ ਪੈਸੇ ਦੇ ਉੱਤੇ ਅੱਖ ਰੱਖਦਾ ਆ, ਪਰਾਏ ਧਨ ਦੇ ਉੱਤੇ ਜਾਂ ਤਨ ਦੇ ਉੱਤੇ ਅੱਖ ਰੱਖਦਾ ਹੈ, ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਵਰਜਦੇ ਨੇ ਇਸ ਗੁਨਾਹ ਤੋਂ, ਇਸ ਪਾਪ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਇਹਨੇ ਮਾਇਆ ਖਰਾਬ ਵੀ ਬੜੀ ਕੀਤੀ, ਦੁਰਵਰਤੋਂ ਵੀ ਬੜੀ ਕੀਤੀ ਹੈ। ਸੁਣ ਡੱਲਾ ਬੈਰਾਗ ਵਿਚਾਰਾ, ਲੇਕਰ ਪੰਸ ਅੰਸ ਕਿਸੀ ਪ੍ਰਕਾਰਾ। ਤੇ ਉਸ ਵੇਲੇ ਡੱਲੇ ਬੈਰਾੜ ਨੇ ਫਿਰ ਸਾਹਿਬਾਂ ਦੇ ਬੋਲਾਂ ਨੂੰ ਜਦੋਂ ਸੁਣਿਆ ਤੇ ਸੁਣ ਕੇ ਫਿਰ ਵਿਚਾਰ ਕਰਦਾ ਹੈ। ਇਸ ਤੋਂ ਆਮਖ ਕਾਟਿਓ ਜਾਏ, ਇਨ ਪੁੱਠਾ ਹਰੀਤੈ ਅਰ ਖਾਏ। ਸਤਿਗੁਰੂ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਬੇਗਾਨਾ ਹੱਕ ਖਾਂਦਾ ਹੈ ਨਾ, ਉਹ ਲੇਖਾ ਜੋਖਾ ਤੇ ਨਿਬੜਨਾ ਹੀ ਆ ਇੱਕ ਦਿਨ। ਉਹ ਹਿਸਾਬ ਤੇ ਕਲੀਅਰ ਹੋਣਾ ਹੀ ਹੋਣਾ ਆ। ਜਿਵੇਂ ਆਪਾਂ ਪਿੱਛੇ ਵਜੀਦਪੁਰ ਦੀ ਘਟਨਾ ਸੁਣੀ ਨਾ, ਇਤਿਹਾਸ ਦੇ ਵਿੱਚ ਹੀ, ਫਿਰੋਜ਼ਪੁਰ ਦੀ ਜਿਹੜੀ ਸਾਖੀ ਆਈ ਸੀ। ਸ਼ਾਹੂਕਾਰ ਤੋਂ ਕਰਜ਼ਾ ਲੈ ਲਿਆ, ਕਰਜ਼ਾ ਲੈ ਕੇ ਤੇ ਪਿੰਡ ਛੱਡ ਕੇ ਦੂਜੇ ਪਿੰਡ ਬੰਦਾ ਚਲਿਆ ਗਿਆ। ਕੇਵਲ ਮੈਂ ਸੰਖੇਪ 'ਚ ਬੇਨਤੀ ਕਰਨਾ, ਕਿਉਂਕਿ ਬਹੁਤੇ ਸਰੋਤੇ ਤੁਸੀਂ ਲਗਾਤਾਰ ਸੁਣਨ ਵਾਲੇ ਹੋ, ਜੋ ਸਾਖੀ ਤੁਸੀਂ ਸੁਣੀ ਹੈ। ਸ਼ਾਹੂਕਾਰ ਤੋਂ ਕਰਜ਼ਾ ਲੈ ਲਿਆ, ਕਰਜ਼ਾ ਲੈ ਕੇ ਪਿੰਡ ਛੱਡ ਦਿੱਤਾ, ਆਪਣਾ ਦੂਜੇ ਪਿੰਡ ਰਹਿਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਉਸ ਸ਼ਾਹੂਕਾਰ ਨੂੰ ਪਤਾ ਲੱਗਿਆ ਜੀ ਫਲਾਣੇ ਪਿੰਡ ਰਹਿੰਦਾ ਹੈ, ਸ਼ਾਹੂਕਾਰ ਮਗਰ ਪਹੁੰਚਿਆ। ਉੱਥੇ ਜਾ ਕੇ ਉਹਨੇ ਗਲ ਪਰਨਾ ਪਾ ਲਿਆ, ਕਹਿੰਦਾ ਵੀ ਦੇ ਮੇਰੇ ਪੈਸੇ। ਕਹਿੰਦਾ ਨਹੀਂ, ਮੈਂ ਥੋੜੇ ਸਮੇਂ ਬਾਅਦ ਦੇ ਦਿਆਂਗਾ। ਤੇ ਕਹਿੰਦਾ ਕਿਸੇ ਦੀ ਗਵਾਹੀ ਪਾ ਦੇ। ਤੇ ਗਵਾਹੀ ਕੋਈ ਦੇਵੇ ਨਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਡਿਫਾਲਟਰ ਬੰਦੇ ਦੀ ਗਵਾਹੀ ਕੌਣ ਦੇਵੇਗਾ? ਹੁਣ ਗਵਾਹੀ ਕੋਈ ਦੇਵੇ ਨਾ, ਜਾਮਨੀ ਕੋਈ ਦੇਵੇ ਨਾ। ਉੱਥੇ ਫਿਰ ਸ਼ਾਹੂਕਾਰ ਨੂੰ ਹੱਥ ਜੋੜ ਕੇ ਕਹਿੰਦਾ, ਮੈਂ ਆਪਣੇ ਗੁਰੂ ਨੂੰ ਵਿੱਚ ਜਾਮਨ ਪਾ ਲੈਣਾ ਵਾ, ਮੈਂ ਤੇਰੀ ਮਾਇਆ ਵਾਪਸ ਕਰ ਦਿਆਂਗਾ, ਥੋੜਾ ਜਿਹਾ ਸਮਾਂ ਮੈਨੂੰ ਹੋਰ ਦੇ ਦੇ। ਉਹ ਸ਼ਾਹੂਕਾਰ ਨੇ ਭਰੋਸਾ ਕਰ ਲਿਆ ਵੀ ਹੁਣ ਸਤਿਗੁਰੂ ਦੀ ਜਾਮਨੀ ਪਾ ਰਿਹਾ, ਤੇ ਹੁਣ ਫਿਰ ਮੈਂ ਵਿਸ਼ਵਾਸ ਕਰ ਲਾਂ ਇਹਦੇ ਤੇ, ਭਰੋਸਾ ਕਰ ਲਵਾਂ। ਉਹ ਸ਼ਾਹੂਕਾਰ ਆਪਣੇ ਪਿੰਡ ਚਲਿਆ ਗਿਆ। ਫਿਰ ਇੱਕ ਦੋ ਗੇੜੇ ਮਾਰੇ ਤੇ ਫਿਰ ਨਾ ਮਾਇਆ ਦਿੱਤੀ। ਸ਼ਾਹੂਕਾਰ ਮਰ ਗਿਆ। ਤੇ ਉਸ ਜ਼ਿਮੀਂਦਾਰ ਨੇ ਸ਼ੁਕਰਾਨਾ ਕੀਤਾ ਵੀ ਚੰਗਾ ਹੋਇਆ ਮਗਰੋਂ ਲੱਥਿਆ, ਮਰ ਗਿਆ, ਇਹਨੂੰ ਹੀ ਪਤਾ ਸੀ ਮੈਂ ਇਹਦੇ ਪੈਸੇ ਦੇਣੇ ਆ, ਹੁਣ ਕਿਹੜਾ ਮੈਨੂੰ ਕਿਸੇ ਨੇ ਪੁੱਛਣਾ। ਹੁਣ ਉਹ ਸ਼ਾਹੂਕਾਰ ਵੀ ਮਰ ਗਿਆ ਤੇ ਇਹਨੇ ਕਿਹੜਾ ਸਦੀਵ ਰਹਿਣਾ ਸੀ। ਇਹਨੇ ਸੋਚਿਆ ਵੀ ਚਲੋ ਲੇਖਾ ਨਿਬੜਿਆ, ਹੁਣ ਕੰਮ ਨਿਬੜ ਗਿਆ ਜੀ। ਉਹ ਮਰ ਗਿਆ ਤੇ ਹਿਸਾਬ ਵੀ ਨਾਲ ਹੀ ਮਰ ਗਿਆ। ਹੁਣ ਸ਼ਾਹੂਕਾਰ ਮਰਿਆ ਤੇ ਮਰ ਕੇ ਬਾਜ ਦੀ ਜੂਨ ਪੈ ਗਿਆ, ਜ਼ਿਮੀਂਦਾਰ ਮਰਿਆ ਤੇ ਮਰ ਕੇ ਤਿੱਤਰ ਦੀ ਜੂਨ ਪੈ ਗਿਆ। ਹੁਣ ਬਾਜ ਨੂੰ ਕਲਗੀਧਰ ਸਤਿਗੁਰਾਂ ਨੇ ਆਪਣੇ ਹੱਥ ਤੇ ਜਗ੍ਹਾ ਦੇ ਦਿੱਤੀ। ਜਦੋਂ ਪਹੁੰਚੇ ਵਜੀਦਪੁਰ, ਕਲਗੀਧਰ ਪਾਤਸ਼ਾਹ ਤੇ ਉਸ ਤਿੱਤਰ ਨੂੰ ਸਾਹਿਬਾਂ ਨੇ ਆਪਣੇ ਬਾਜ ਤੋਂ ਮਰਵਾਇਆ। ਥੋੜੇ ਦਿਨ ਹੀ ਪਹਿਲਾਂ ਆਪਾਂ ਸਾਖੀ ਸਰਵਣ ਕੀਤੀ ਹੈ। ਤੇ ਜਦੋਂ ਮਰ ਗਿਆ ਤਿੱਤਰ, ਉਹਦਾ ਮਾਸ ਨੋਚ ਕੇ ਉਹਨੇ ਤੋੜਿਆ, ਖਾਧਾ ਨਹੀਂ ਮੁਰਦਾਰ। ਤੇ ਜਦੋਂ ਮਰ ਗਿਆ ਤੇ ਕਲਗੀਧਰ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਹੁਣ ਟੋਆ ਪੁੱਟੋ ਤੇ ਇਹਨੂੰ ਬੜੇ ਅਦਬ ਨਾਲ ਕੱਪੜੇ 'ਚ ਲਪੇਟ ਕੇ ਤੇ ਤਿੱਤਰ ਨੂੰ ਦੱਬ ਦਿਓ ਧਰਤੀ ਦੇ ਵਿੱਚ। ਤੇ ਸਿੰਘ ਬੜੇ ਹੈਰਾਨ ਕਿ ਪਾਤਸ਼ਾਹ ਜੇ ਤੁਸੀਂ ਇਹਨੂੰ ਮਰਵਾਉਣਾ ਹੀ ਸੀ, ਜੇ ਇਦਾਂ ਇੰਨਾ ਸਤਿਕਾਰ ਕਰਨਾ, ਫਿਰ ਮਰਵਾਉਣਾ ਕਾਹਦੇ ਲਈ ਸੀ ਇਹਨੂੰ? ਤੇ ਪਾਤਸ਼ਾਹ ਕਹਿੰਦੇ ਸਾਰੀ ਘਟਨਾ ਦੱਸੀ ਵੀ ਇਹ ਹੈ ਤੇ ਸਾਡਾ ਸਿੱਖ ਸੀ, ਸਾਡੀ ਇਹਨੇ ਜਾਮਣੀ ਪਾਈ ਵਿੱਚ, ਅਸੀਂ ਆਪਣੀ ਜਾਮਣੀ ਪੂਰੀ ਕੀਤੀ ਆ। ਇਹ ਜਿਹੜਾ ਤਿੱਤਰ ਆ, ਇਹਨੇ ਇਸ ਸ਼ਾਹੂਕਾਰ, ਇਸ ਬਾਜ ਦੇ ਕੋਲੋਂ ਜਿਹੜਾ ਵਾ ਉਹ ਕਰਜ਼ਾ ਲਿਆ ਸੀ, ਜਾਮਣ ਵਿੱਚ ਸਾਨੂੰ ਰੱਖ ਲਿਆ ਤੇ ਅੱਜ ਅਸੀਂ ਆਪਣੀ ਜਾਮਣੀ ਪੂਰੀ ਕਰ ਦਿੱਤੀ ਆ। ਉਹ ਲੇਖਾ ਤੇ ਨਿਬੜਨਾ ਆ ਤੇ ਕਿੰਨਾ ਚੰਗਾ ਹੋਵੇ ਜੇ ਜਿਉਂਦੇ ਜੀ ਨਿਬੇੜਦੀ ਹੈ। ਕਿੱਧਰ ਫਿਰ ਤਿੱਤਰ ਬਣਦੇ ਫਿਰਾਂਗੇ, ਕਿਤੇ ਬਣਦੇ ਫਿਰਾਂਗੇ ਹਿਰਨ ਤੇ ਬੱਕਰੀਆਂ। ਅੱਗੇ ਜ਼ਿਕਰ ਆਉਣਾ, ਸਤਿਗੁਰਾਂ ਨੇ ਜ਼ਿਕਰ ਕੀਤਾ। ਇਹ ਅਸੀਂ ਸਮਝਦੇ ਹਾਂ ਇਹ ਗੱਲ ਵੀ ਸ਼ਾਇਦ ਕਿਸੇ ਦੇ ਕੋਈ ਚਾਰ ਧੇਲੇ ਦੇਣੇ ਆ, ਪੈਸੇ ਦੇਣੇ ਆ, ਤੇ ਜੇ ਨਾ ਦੇਵਾਂਗੇ ਤਾਂ ਕੀ ਹੋਣ ਲੱਗਾ ਹੈ। ਕਈ ਵਾਰੀ ਬੰਦਾ ਅੱਗੋਂ ਮੁੱਕਰ ਜਾਂਦਾ।
ਤੇ ਮਰੇ ਚਲੋ ਮੈਂ ਤੇਰੇ ਕਿਹੜੇ ਪੈਸੇ ਦੇਣੇ ਆ, ਉਹ ਕਿਸੇ ਅਫਸਰ ਦਾ ਦਾਬਾ ਸੰਤਰੀ ਤੋਂ ਫੋਨ ਕਰਵਾ ਦੇਗਾ। ਮਾੜਾ ਬੰਦਾ ਗਰੀਬ ਮਾਤੜ ਕੋਈ ਚੁੱਪ ਕਰਕੇ ਬਹਿ ਜਾਏਗਾ ਵੀ ਚੱਲ ਹੁਣ ਮੈਂ ਕੀ ਕਰ ਸਕਦਾ, ਮੈਂ ਮਾੜਾ, ਉਹ ਤਗੜੀ ਧਿਰ ਆ, ਪਰ ਅਖੀਰ ਨੂੰ ਲੇਖਾ ਤੇ ਇੱਕ ਦਿਨ ਨਿਬੜਨਾ ਹੀ ਆ ਨਾ। ਉਹ ਹੁਣ ਪਤਾ ਨਹੀਂ ਕਿੰਨਾ ਸਮਾਂ ਚੱਲੇ। ਰੱਬੀ ਬਾਣੀ ਦਾ ਬੋਲ ਆ, ਮੇਰੇ ਸਾਹਿਬ ਜੀ ਕਿਰਪਾ ਕਰਦੇ ਆ, ਮਾਤ ਪਿਤਾ ਭਾਈ ਸੁਤ ਬੰਧਪ ਇਸ਼ਟ ਮੀਤ ਔਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਲੈਣਾ ਦੇਣਾ ਸੀ ਮਾਂ ਬਾਪ ਦੇ ਨਾਲ। ਅਸੀਂ ਕੋਈ ਚੂਜ਼ ਕਰਕੇ ਥੋੜਾ ਆਏ ਆ ਵੀ ਮੈਂ ਫਲਾਣੇ ਮਾਂ ਬਾਪ ਦੇ ਘਰ ਜੰਮਣਾ ਹੈ ਜੀ, ਮੈਂ ਫਲਾਣੇ ਟੱਬਰ ਦੇ ਵਿੱਚ ਜੰਮਣਾ ਹੈ ਜੀ, ਮੈਂ ਗੋਰਿਆਂ ਦੇ ਟੱਬਰ 'ਚ ਜੰਮਣਾ ਹੈ ਜਾਂ ਕਾਲਿਆਂ ਦੇ ਟੱਬਰ 'ਚ ਜੰਮਣਾ ਹੈ, ਜਾਂ ਪੰਜਾਬ ਦੀ ਧਰਤੀ ਤੇ ਫਲਾਣੇ ਮਹੱਲੇ 'ਚ ਕਿਤੇ ਆਪਣੀ ਮਰਜ਼ੀ ਨਾਲ ਚੁਣਿਆ ਆਪਾਂ। ਇਹ ਲੈਣਾ ਦੇਣਾ ਸਾਡਾ ਕਰਮਾਂ ਦਾ ਜਿਹੜਾ, ਉਹਦੇ ਕਰਕੇ ਹੀ ਮਾਂ ਬਾਪ, ਧੀਆਂ ਪੁੱਤਰ, ਸਾਕ ਸੰਬੰਧੀ, ਭੈਣ ਭਰਾ, ਰਿਸ਼ਤੇ ਨਾਤੇ, ਇਹ ਸਾਰੇ ਜਿਹੜੇ ਆ ਇਹ ਇੱਥੇ ਹੀ ਨਹੀਂ ਆ ਕੇ ਬਣ ਗਏ। ਸੰਜੋਗ ਵਿਜੋਗ ਤੁਰਹੋਂ ਹੀ ਹੁਆ, ਪ੍ਰਭ ਸਭ ਕੁਛ ਜਾਣੈ ਜਿਣ ਤੂੰ ਕੀਆ। ਸਾਨੂੰ ਸਮਝ ਨਹੀਂ, ਅਸੀਂ ਕਹਿੰਦੇ ਨਹੀਂ ਜੀ ਬਸ ਇੱਦਾਂ ਹੀ ਕੋਈ ਫਲਾਣਾ ਬੰਦਾ ਮਿਲ ਪਿਆ, ਸਾਨੂੰ ਇੱਦਾਂ ਕਿਸੇ ਦੇ ਨਾਲ ਠੱਗੀ ਵੱਜ ਗਈ। ਇਹ ਲੇਖਾ ਨਿਬੜਨਾ ਆ। ਤੇ ਕਿੰਨਾ ਚੰਗਾ ਹੋਵੇ ਜੇ ਬੰਦਾ ਆਪਣੀ ਦਸਾਂ ਨੌਵਾਂ ਦੀ, ਕਿੰਨਾ ਸੋਹਣਾ ਸਿਧਾਂਤ ਆ ਗੁਰੂ ਨਾਨਕ ਦੇ ਘਰ ਦਾ। ਦਸਾਂ ਨੌਵਾਂ ਦੀ ਕਿਰਤ ਕਰੋ, ਕੋਈ ਮਨਾਹੀ ਨਹੀਂ। ਗੱਡੀਆਂ, ਕਾਰਾਂ, ਮੋਟਰਸਾਈਕਲ, ਭਾਵੇਂ ਜਹਾਜ਼ ਖਰੀਦ ਲਓ, ਕਿਤੇ ਨਾ ਥੋੜਾ ਕੀਤੀ ਪਾਤਸ਼ਾਹ ਨੇ। ਮਹਿੰਗੇ ਤੋਂ ਮਹਿੰਗਾ ਘਰ ਬਣਾਓ, ਆਪਣੀ ਦਸਾਂ ਨੌਵਾਂ ਦੀ ਕਿਰਤ ਕਰਕੇ। ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਜ਼ਹਿਰ ਦੇ ਕੇ ਨਹੀਂ, ਨਸ਼ਾ ਵੇਚ ਕੇ ਨਹੀਂ, ਕਿਸੇ ਦੇ ਬੱਚੇ ਦੀ ਜ਼ਿੰਦਗੀ ਖਰਾਬ ਕਰਕੇ ਨਹੀਂ, ਕਿਸੇ ਦੇ ਬੱਚੇ ਨੂੰ ਵਿਕਾਰਾਂ ਵਾਲੇ ਪਾਸੇ ਪਾ ਕੇ ਨਹੀਂ। ਦਸਾਂ ਨੌਵਾਂ ਦੀ ਕਿਰਤ ਕਰਕੇ ਜੋ ਮਰਜ਼ੀ ਬਣਾਈ ਜਾਓ, ਕੋਈ ਮਨਾਹੀ ਨਹੀਂ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਸਤਿਗੁਰੂ ਆਖਦੇ, ਕਹਿੰਦੇ ਇਹਨੂੰ ਅਸੀਂ ਬੜਾ ਵਰਜਦੇ ਹੁੰਦੇ ਸਾਂ, ਅਸੀਂ ਇਹਨੂੰ ਬੜਾ ਕਹਿੰਦੇ ਸਾਂ, ਭਈ ਪਰਾਇਆ ਹੱਕ ਨਾ ਖਾਇਆ ਕਰ, ਸਾਨੂੰ ਸਭ ਕੁਝ ਪਤਾ ਹੈ, ਸਾਨੂੰ ਸਭ ਕੁਝ ਪਤਾ। ਪਰ ਕਹਿੰਦੇ ਇਹਨੇ ਸਾਡੀ ਗੱਲ ਮੰਨੀ ਨਹੀਂ। ਤੇ ਉਸ ਵੇਲੇ ਭਾਈ ਡੱਲਾ ਵਿਚਾਰ ਕਰਦਾ, ਕਲਗੀਧਰ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਬੰਦਾ ਪਰਾਇਆ ਹੱਕ ਖਾਂਦਾ ਹੈ ਨਾ, ਆਪਣੀ ਦਸਾਂ ਨੌਵਾਂ ਦੀ ਕਿਰਤ ਤੇ ਭਰੋਸਾ ਨਹੀਂ ਰੱਖਦਾ। ਇੱਕ ਗੱਲ ਦਾ ਖਿਆਲ ਜ਼ਰੂਰ ਰੱਖਿਓ, ਕਿਉਂਕਿ ਇਹੋ ਜਿਹੇ ਵਿਸ਼ੇ ਜਦੋਂ ਗੁਰਬਾਣੀ 'ਚੋਂ ਜਾਂ ਇਤਿਹਾਸ 'ਚੋਂ ਆਉਂਦੇ ਆ, ਉਹਨਾਂ ਨੂੰ ਸਾਨੂੰ ਸਮਝਣਾ ਚਾਹੀਦਾ, ਸਕਿਪ ਨਹੀਂ ਕਰਨਾ ਚਾਹੀਦਾ। ਹੁਣ ਮੰਨ ਲਓ ਕੋਈ ਬੰਦਾ ਡਾਕਟਰ ਆ, ਉਹਨੂੰ ਇਸ ਗੱਲ ਦਾ ਪਤਾ, ਕਰੋਨਾ ਕਾਲ 'ਚ ਤੁਹਾਨੂੰ ਪਤਾ ਹੀ ਹੈ ਕੀ ਕੁਛ ਬਣਿਆ। ਮਰਿਆਂ ਬੰਦਿਆਂ ਨੂੰ ਲਾ ਕੇ ਮਸ਼ੀਨਾਂ ਦੇ ਵਿੱਚ ਲੱਖਾਂ ਰੁਪਈਏ ਕਮਾ ਲਏ। ਸਾਰੇ ਡਾਕਟਰ ਮਾੜੇ ਨਹੀਂ ਤੇ ਸਾਰੇ ਚੰਗੇ ਵੀ ਨਹੀਂ। ਕੋਈ ਵੀ ਖਿੱਤਾ ਆ ਜਾਂ ਕੋਈ ਵੀ ਲਾਈਨ ਆ, ਚਾਹੇ ਉਹ ਡਾਕਟਰੀ ਲਾਈਨ ਆ, ਚਾਹੇ ਅੱਜ ਦੇ ਸਮੇਂ 'ਚ ਏਜੰਟ ਲਾਈਨ ਆ, ਜਿਹੜੇ ਲੋਕ ਬੱਚਿਆਂ ਨੂੰ ਵਿਦੇਸ਼ ਭੇਜਦੇ, ਕਿੰਨੀਆਂ ਕਿੰਨੀਆਂ ਠੱਗੀਆਂ। ਆਖਰ ਨੂੰ ਤੇ ਉਹ ਮਾਂ ਬਾਪ ਨੇ ਜਿਹੜਾ ਪੈਸਾ ਵਾ ਉਹ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਕੇ ਇਕੱਠਾ ਕੀਤਾ ਹੁੰਦਾ ਹੈ ਨਾ। ਤੇ ਜੇ ਉਹਨਾਂ ਕੋਲ ਇੰਨਾ ਹੀ ਸਰਮਾਇਆ ਹੋਵੇ, ਕੋਈ ਵਿਚਾਰਾ ਆਪਣੀ ਪੈਲੀ ਗਹਿਣੇ ਪਾ ਰਿਹਾ, ਕੋਈ ਵੇਚ ਕੇ ਉਹਨਾਂ ਏਜੰਟਾਂ ਨੂੰ ਦੇ ਰਿਹਾ, ਤੇ ਅਗਲੇ ਅੱਜ ਦਫ਼ਤਰ ਇੱਥੇ ਬਣਾਇਆ, ਇੱਥੋਂ 10-20 ਤੋਂ ਪੈਸੇ ਇਕੱਠੇ ਕਰ ਲਏ ਤੇ ਕੱਲ੍ਹ ਨੂੰ ਦੂਜੇ ਸ਼ਹਿਰ ਜਾ ਕੇ ਪਾ ਲਿਆ। ਉਹ ਲੋਕੀ ਵਿਚਾਰੇ ਰੋਂਦੇ ਰਹਿੰਦੇ ਆ। ਕਿੰਨਿਆਂ ਮੁੰਡਿਆਂ ਨੇ ਆਤਮ ਹੱਤਿਆ ਕਰ ਲਈ ਇਸੇ ਕਰਕੇ, ਮਾਪਿਆਂ ਦੇ ਪੈਸੇ ਬਰਬਾਦ ਹੋ ਗਏ। ਆਖਰ ਨੂੰ ਤੇ ਲੇਖਾ ਨਿਬੜਨਾ ਹੀ ਆ ਨਾ। ਕੋਈ ਡਾਕਟਰ ਆ ਮੰਨ ਲਓ, ਤੇ ਜੇ ਕਿਸੇ ਇੰਜੈਕਸ਼ਨ ਦੀ ਕੀਮਤ ਜਾਂ ਕਿਸੇ ਆਪਰੇਟ ਦੇ ਜਿਹੜਾ ਖਰਚਾ ਆ ਉਹ ਥੋੜਾ ਹੋਵੇ, ਤੇ ਉਹਦੇ ਨਾਲ ਦੁੱਗਣਾ ਤਿੱਗਣਾ ਤੇ ਮਰਿਆਂ ਬੰਦਿਆਂ ਨੂੰ ਮਸ਼ੀਨਾਂ ਚਲਾ ਕੇ ਜੇ ਉਹ ਇਹ ਸੋਚ ਲਵੇ ਵੀ ਮੈਂ ਕਿਸੇ ਦਾ ਖੂਨ ਨਿਚੋੜ ਕੇ ਆਪਣੇ ਬੱਚਿਆਂ ਨੂੰ ਮਾਇਆ ਦਿਆਂਗਾ ਜਾ ਕੇ, ਤੇ ਉਸ ਮਾਇਆ ਦੇ ਨਾਲ ਸੁੱਖ ਮਿਲ ਜਾਏਗਾ, ਕਦੀ ਵੀ ਨਹੀਂ ਮਿਲਣਾ। ਉਸ ਪੈਸੇ ਨੂੰ ਇਕੱਠਾ ਕਰਨ ਦੇ ਪਿੱਛੇ ਜਿਹੜੀ ਮਨਸ਼ਾ ਆ, ਇੱਥੇ ਨੀਅਤ ਰਾਸ ਕਰੇ। ਇੱਥੇ ਤੇ ਨੀਅਤ ਨੂੰ ਭਾਗ ਲੱਗਦੇ ਆ। ਜਿਵੇਂ ਦੀ ਨੀਅਤ ਲੈ ਕੇ ਆਵਾਂਗੇ ਉਵੇਂ ਦੀ ਪੂਰੀ ਪੈਂਦੀ ਆ। ਤੇ ਲੋਕਾਂ ਦਾ ਹੱਕ ਖਾ ਕੇ, ਮੰਨ ਲਓ ਕਿਸੇ ਦਾ ਜਵਾਨ ਇਕਲੌਤਾ ਪੁੱਤ, ਕਿਸੇ ਨੇ ਆਪਣੇ ਲਾਲਚ ਵਸ ਵੀ ਇਹਦੇ ਕੋਲ 10-20 ਕਿੱਲੇ ਪੈਲੀ ਹੈਗੀ ਆ, ਜ਼ਮੀਨ ਹੈਗੀ ਆ, ਜਾਂ ਕਾਰੋਬਾਰ ਚੰਗਾ ਹੈ, ਛਿੱਲੜ ਚਾਰ ਹੈਗੇ ਨੇ, ਚਲੋ ਇਹਨੂੰ ਨਸ਼ੇ ਤੇ ਲਾ ਦਈਏ, ਇਹਨੂੰ ਨਸ਼ੇ ਤੇ ਲਾਵਾਂਗੇ ਤੇ ਮੇਰੇ ਕੋਲੋਂ ਨਸ਼ਾ ਲਵੇਗਾ। ਇੱਦਾਂ ਹੀ ਹੋਇਆ ਬਹੁਤਾ। ਆਪਣੇ ਸਵਾਦ ਵਾਸਤੇ ਕਿਸੇ ਦਾ ਘਰ ਬਰਬਾਦ ਕਰ ਦਿੱਤਾ ਵੀ ਚਲੋ ਜਦੋਂ ਇਹ ਮਾਇਆ ਦਿਆ ਕਰੇਗਾ ਤੇ ਦੁੱਗਣੇ ਰੇਟ ਦੇ ਉੱਤੇ ਵੇਚ ਕੇ ਨਸ਼ਾ, ਨਾਲੇ ਮੇਰਾ ਨਸ਼ਾ ਪੂਰਾ ਹੁੰਦਾ ਰਹੇਗਾ, ਨਾਲੇ ਇਹਦਾ ਪੂਰਾ ਹੁੰਦੇ ਰਹੇਗਾ। ਘਰਾਂ ਦੇ ਘਰ ਬਰਬਾਦ ਹੋ ਗਏ। ਤੇ ਲੇਖਾ ਤਾਂ ਨਿਬੜਨਾ ਹੀ ਆ ਨਾ ਇੱਕ ਦਿਨ। ਇਹ ਖਲਾਸੀ ਥੋੜਾ ਹੋ ਜਾਣੀ ਇੱਦਾਂ ਹੀ ਕਿਤੇ, ਇਹ ਨਿਬੜਨਾ ਆ। ਇਸ ਕਰਕੇ ਉਹਦੇ ਨਾਲੋਂ ਚੰਗਾ ਇਹ ਆ, ਬੈਟਰ ਇਹ ਆ ਕਿ ਅਸੀਂ ਆਪਣੀ ਦਸਾਂ ਨੌਵਾਂ ਦੀ ਕਿਰਤ ਤੇ ਵਿਸ਼ਵਾਸ ਰੱਖੀਏ। ਜੇ ਥੋੜਾ ਵਾ ਸਬਰ ਕਰ ਲਈਏ, ਜੇ ਬਹੁਤਾ ਆ ਤੇ ਸ਼ੁਕਰਾਨਾ ਕਰ ਲਈਏ।
ਬਹੁਤੀ ਹੋੜ 'ਚ ਨਾ ਲੱਗੀਏ ਕਿ ਆਪਣੇ ਬੱਚਿਆਂ ਨੂੰ ਬਹੁਤਾ ਇਕੱਠਾ ਕਰਕੇ ਦਈਏ। ਰੱਬੀ ਬਾਣੀ ਦਾ ਬੋਲ ਮੈਂ ਸਾਂਝਾ ਕਰਦਿਆਂ ਸਾਹਿਬ ਆਖਦੇ ਆ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲੁਟਾਵੈ। ਸੁੱਤ ਦਾਰਾ, ਬੱਚਿਆਂ ਤੇ ਘਰ ਵਾਲੀ ਨੂੰ ਕਹਿੰਦਾ ਤੂੰ ਜਿਹੜਾ ਮਰਜ਼ੀ ਮਹਿੰਗਾ ਸੂਟ ਪਾ, ਪੈਸਿਆਂ ਦੀ ਪਰਵਾਹ ਹੀ ਕੋਈ ਨਹੀਂ। ਸੁੱਤ ਦਾਰਾ, ਦਾਰਾ ਕਹਿੰਦੇ ਆ ਪਤਨੀ ਨੂੰ, ਘਰ ਵਾਲੀ ਨੂੰ, ਕਹਿੰਦਾ ਕੋਈ ਫਿਕਰ ਹੀ ਨਹੀਂ, ਤੁਸੀਂ ਮੌਜਾਂ ਕਰੋ, ਕਹਿੰਦਾ ਸਾਰਾ ਟੱਬਰ ਨੂੰ। ਤੇ ਜਿਹਨੂੰ ਪਤਾ ਮੈਂ 10 ਨੌਵਾਂ ਦੀ ਕਿਰਤ ਕਰਕੇ ਪੈਸਾ ਇਕੱਠਾ ਕਰ ਰਿਹਾ, ਕਮਾਈ ਕਰ ਰਿਹਾ, ਉਹਨੂੰ ਤੇ ਪਤਾ ਵੀ ਮੇਰੇ ਘਰ ਦਾ ਦਾਲ ਪ੍ਰਸ਼ਾਦਾ ਕਿਵੇਂ ਚੱਲਣਾ, ਪੈਸਾ ਕਿਵੇਂ ਬਣਦਾ। ਭਗਤ ਕਬੀਰ ਸਾਹਿਬ ਕਹਿੰਦੇ ਆ, ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ। ਕਹਿੰਦੇ ਬੜਾ ਜੱਦੋ ਜਹਿਦ ਕਰਕੇ, ਲੋਕਾਂ ਦੇ ਹੱਕ ਖੋਹ ਕੇ, ਸਸਤੀਆਂ ਦਵਾਈਆਂ ਮਹਿੰਗੀਆਂ ਵੇਚ ਕੇ, ਸਸਤੀਆਂ ਖਾਦਾਂ ਸਪਰੇਆਂ ਮਹਿੰਗੇ ਭਾਅ ਦੇ ਵੇਚ ਕੇ, ਗਲਤ ਲੋਕਾਂ ਨੂੰ ਬੀਜ ਵੇਚ ਕੇ, ਨਕਲੀ ਦਵਾਈਆਂ ਤੇ ਸਪਰੇਆਂ ਤੇ ਹੋਰ ਚੀਜ਼ਾਂ ਵੇਚ ਕੇ, ਜਾਂ ਅੱਜ ਤੇ ਦੁੱਧ ਨਕਲੀ ਮਿਲ ਰਿਹਾ ਜੀ, ਘਿਓ ਨਕਲੀ ਮਿਲ ਰਿਹਾ ਜੀ। ਕਿਹੜੀ ਚੀਜ਼ ਜਿਹੜੀ ਉਹ ਸ਼ੁੱਧ ਰਹਿ ਗਈ ਸਾਡੇ ਇੱਥੇ, ਤੇ ਕਾਹਦੇ ਵਾਸਤੇ? ਸਿਰਫ ਪੈਸੇ ਦੀ ਪ੍ਰਾਪਤੀ ਚਾਹੁੰਦੇ ਆ ਨਾ ਲੋਕ। ਉਹ ਦੁੱਧ ਜਿਹੜਾ ਕਿਸੇ ਬੱਚੇ ਦੇ ਮੂੰਹ ਵਿੱਚ ਪੈਣਾ ਤੇ ਬੱਚੇ ਨੂੰ ਜੀਵਨ ਦਾਨ ਮਿਲਣਾ ਹੈ, ਤੇ ਬੱਚੇ ਨੂੰ ਥੋੜਾ ਪਤਾ ਵੀ ਇਹ ਜ਼ਹਿਰ ਆ ਜਿਹੜਾ ਮੈਨੂੰ ਦਿੱਤਾ ਜਾ ਰਿਹਾ, ਯੂਰੀਆ ਖਾਦ ਪਾ ਕੇ ਤੇ ਪਤਾ ਨਹੀਂ ਕਿੰਨੇ ਕੁ ਕੈਮੀਕਲ ਪਾ ਕੇ ਦੁੱਧ ਬਣਾਇਆ ਜਾ ਰਿਹਾ। ਹੁਣ ਜੇ ਇਹ ਸਾਰਾ ਕੁਝ ਕੀਤਾ ਜਾ ਰਿਹਾ, ਭਗਤ ਕਬੀਰ ਸਾਹਿਬ ਕਹਿੰਦੇ ਆ ਵੀ ਅਨੇਕਾਂ ਪਰਪੰਚ ਕੀਤੇ ਜਾ ਰਹੇ ਆ। ਅਨੇਕਾਂ ਪਰਪੰਚ ਕਰਦਿਆਂ ਹੋਇਆ ਪਰਾਇਆ ਹੱਕ ਖੋ ਕੇ ਲਿਆਂਦਾ, ਤੇ ਲਿਆ ਕੇ ਜਦੋਂ ਮਾਇਆ ਬਹੁਤੀ ਹੋ ਗਈ, ਫਿਰ ਉੱਥੇ ਨਸ਼ਾ ਵੀ ਆਵੇਗਾ, ਫਿਰ ਉੱਥੇ ਵਿਕਾਰਾਂ ਵਾਲੇ ਪਾਸੇ ਬਿਰਤੀ ਵੀ ਜਾਣੀ ਆ, ਕਿਉਂਕਿ ਮਾਇਆ ਵਾਧੂ ਹੋ ਗਈ, ਲੋੜ ਤੋਂ ਵੱਧ ਹੋ ਗਈ, ਨਾਲੇ ਉਹ ਹੱਕ ਦੀ ਨਹੀਂ ਸੀ, ਫਿਰ ਉਹ ਗਲਤ ਪਾਸੇ ਜਾਵੇਗੀ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਣ ਲੁਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਕਦੀ ਵੀ ਕਿਸੇ ਦਾ ਹੱਕ ਨਾ ਖੋਈ। ਜਦੋਂ ਕਿਸੇ ਦਾ ਹੱਕ ਖੋਣਾ ਆ, ਉਹਦੇ ਵਾਸਤੇ ਧੋਖਾ ਕਰਨਾ ਪਏਗਾ, ਉਹਦੇ ਵਾਸਤੇ ਕਪਟ ਕਰਨਾ ਪਏਗਾ, ਉਹਦੇ ਵਾਸਤੇ ਝੂਠ ਬੋਲਣਾ ਪਵੇਗਾ। ਤੇ ਸਤਿਗੁਰੂ ਸਾਹਿਬ ਮਹਾਰਾਜ ਆਖਦੇ ਆ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ। ਹੁਣ ਇਸ ਤੋਂ ਵੱਡਾ ਪ੍ਰਮਾਣ ਤੇ ਨਹੀਂ ਨਾ ਕੋਈ ਚਾਹੀਦਾ। ਹੁਣ ਸਾਖੀ ਤੇ ਕੋਈ ਪੜ੍ਹਿਆ ਲਿਖਿਆ ਕਹਿ ਦੇਗਾ ਜੀ ਇਹ ਕਿੱਦਾਂ ਹੋ ਸਕਦਾ ਹੈ ਜੀ, ਉਹ ਖਜ਼ਾਨਚੀ ਕਦੋਂ ਮਰਿਆ ਤੇ ਕਦੋਂ ਹਿਰਨ ਦੀ ਜੂਨ ਪੈ ਗਿਆ ਤੇ ਕਦੋਂ ਵੱਡਾ ਹੋ ਗਿਆ। ਸਿਆਣੇ ਬੜੇ ਹੋ ਗਏ ਨਾ ਅੱਜ ਕੱਲ੍ਹ ਪ੍ਰਚਾਰਕ ਸਾਡੇ ਕਈ। ਇਸ ਗੱਲ ਦੇ ਤੇ ਆਪਾਂ ਸ਼ੰਕਾ ਕਰ ਲਾਂਗੇ ਵੀ ਇਹ ਸਾਖੀ ਜਿਹੜੀ ਕਵੀ ਸੰਤੋਖ ਸਿੰਘ ਨੇ ਐਵੇਂ ਲਿਖ ਦਿੱਤੀ ਆ ਜੀ, ਤੇ ਭਗਤ ਕਬੀਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਝੋਕਾ ਦੇ ਕੇ ਕਹਿ ਰਿਹਾ ਕਿ ਅੰਤ ਨਵੇਰਾ ਤੇਰਾ ਜੀ ਪੈ ਲੀਜੈ, ਅਖੀਰ ਨੂੰ ਲੇਖਾ ਤੇਰੀ ਜਿੰਦ ਨੂੰ ਦੇਣਾ ਹੀ ਪੈਣਾ ਹੈ। ਅਖੀਰ ਨੂੰ ਇਹ ਨਵੇੜਾ ਹੋਣਾ ਹੀ ਹੋਣਾ ਵਾ, ਇਹ ਛੁਟਕਾਰਾ ਇਦਾਂ ਨਹੀਂ ਹੋ ਜਾਣਾ ਕਿਤੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰਾ ਜੀ ਪੈ ਲੀਜੈ, ਅਖੀਰ ਨੂੰ ਤੇਰੀ ਜਿੰਦ ਤੋਂ ਸਵਾਲ ਹੋਣੇ ਆ। ਤੇ ਤੂੰ ਪਤਾ ਕੀ ਕਹਿਣਾ ਹੈ ਜੀ, ਪਰਿਵਾਰ ਕਹਿੰਦਾ ਸੀ ਜੀ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਜਦੋਂ ਪਰਿਵਾਰ ਨੂੰ ਪੁੱਛਿਆ ਨਾ, ਉਹਨਾਂ ਘਰ ਵਾਲੀ ਨੇ ਕਹਿਣਾ ਜੀ ਮੈਨੂੰ ਇਹਦੇ ਲੜ ਲਾਇਆ ਸੀ, ਇਹਦਾ ਫਰਜ਼ ਬਣਦਾ ਸੀ ਮੈਨੂੰ ਹੱਕ ਦੀ ਕਮਾਈ ਕਰਕੇ ਲਿਆ ਕੇ ਖਵਾਉਂਦਾ, ਇਹਨਾਂ ਦੇ ਪਾਸੇ ਹੋ ਜਾਣਾ ਉਸੇ ਵੇਲੇ। ਬੱਚਿਆਂ ਕਹਿਣਾ ਅਸੀਂ ਤਾਂ ਨਿੱਕੇ ਨਿੱਕੇ ਸਾਂ, ਸਾਨੂੰ ਥੋੜ੍ਹੀ ਪਤਾ ਸੀ ਵੀ ਮਾਇਆ ਕਿਵੇਂ ਲੈ ਕੇ ਆਉਂਦਾ ਸਾਡਾ ਭਾਪਾ, ਇਹਦੇ ਭਾਪੇ ਨੂੰ ਪਤਾ ਵੀ ਉਹਨੇ ਕਿਵੇਂ ਇਕੱਠੀ ਕੀਤੀ ਆ। ਇਹ ਤੇ ਜਿਉਂਦੇ ਜੀ ਛੱਡ ਕੇ ਸਭ ਨੇ ਪਾਸੇ ਹੋ ਜਾਣਾ ਆ। ਅਖੀਰ ਨੂੰ ਕੱਲੀ ਜਿੰਦ ਜਿੰਨੇ ਲੇਖਾ ਦੇਣਾ ਆ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਾ ਆਏ ਕੰਮ। ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜਿਹੜਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਅੱਜ ਨਹੀਂ ਤੇ ਕੱਲ ਕੂਚ ਤੇ ਕਰਨਾ ਹੀ ਆ। ਤੇ ਜੇ ਪਾਪਾਂ ਦਾ ਭਾਰ ਸਿਰ ਤੇ ਹੋਇਆ ਤੇ ਫਿਰ ਸਾਨੂੰ ਪਤਾ ਵੀ ਹਾਲਾਤ ਕੀ ਹੋਣੀ ਆ। ਤੇ ਜੇ ਚੰਗੇ ਅਮਲ ਪੱਲੇ ਹੋਏ, ਚੰਗੇ ਆਈਆਂ ਬੁਰੇ ਆਈਆਂ, ਵਾਚੈ ਧਰਮ ਹਦੂਰ, ਉੱਥੇ ਸੱਚਾ ਹੀ ਸੱਚ ਨਿਬੜੈ। ਸੋ ਇਸ ਕਰਕੇ ਆਪਣੀ ਕਮਾਈ ਨੂੰ, ਆਪਣੀ ਕਿਰਤ ਨੂੰ ਸਫਲ ਰੱਖੀਏ। ਆਪਣੀ ਕਿਰਤ ਜਿਹੜੀ ਆ ਉਹ ਹੱਕ ਦੀ ਹੋਵੇ, ਉਹਦੇ 'ਚ ਬੇਗਾਨਾ ਕੋਈ ਇੱਕ ਟਕਾ, ਇੱਕ ਚਵਾਨੀ ਵੀ ਜਿਹੜੀ ਆ ਉਹ ਨਾ ਹੋਵੇ, ਤੇ ਆਪਣਾ ਜੀਵਨ ਬੜਾ ਆਰਾਮ ਨਾਲ ਬਤੀਤ ਕੀਤਾ ਜਾ ਸਕਦਾ ਆ। ਇਹ ਤੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਹੱਥੀਂ ਕਿਰਤ ਕਰਨੀ ਆ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ ਤੇ ਨਾਮ ਜਪਣਾ। ਇਹ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਸਿਧਾਂਤ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਵੀ ਅਖੀਰ ਨੂੰ ਫਿਰ ਉਹ ਮਾਸ ਤੋੜ ਤੋੜ ਕੇ ਹਿਸਾਬ ਲਿਆ ਜਾਂਦਾ ਹੈ। ਡਰ ਪਰ ਕੀ ਅੰਸ਼ ਚੁੱਕ ਚੁਰਾਵੈ, ਕਹਿ ਬਲ ਤੇ ਸੀਨੇ ਹਰਖਾਵੈ। ਤੇ ਕਹਿਣ ਲੱਗੇ ਜੇ ਕੋਈ ਬੰਦਾ ਆਪਣੀ ਤਾਕਤ ਕਰਕੇ ਕਿਸੇ ਦਾ ਹੱਕ ਖੋਹ ਲੈਂਦਾ ਹੈ,
ਆਪਣੀ ਤਾਕਤ ਕਰਕੇ, ਜਾਂ ਕੋਈ ਵੱਡਾ ਅਹੁਦੇਦਾਰ ਆ ਜਾਂ ਕੋਈ ਮਾਲਕ ਆ, ਉਹ ਆਪਣੇ ਨੌਕਰ ਤੇ ਜ਼ੋਰ ਜ਼ਬਰਦਸਤੀ ਕਰਕੇ ਉਹਦਾ ਹੱਕ ਰੱਖ ਲੈਂਦਾ ਤੇ ਸਮਝਦਾ ਵੀ ਮੈਂ ਤਕੜਾ, ਮੈਨੂੰ ਇਹਨੇ ਕੀ ਕਰ ਲੈਣਾ। ਕਲਗੀਧਰ ਪਾਤਸ਼ਾਹ ਜੀ ਦੇ ਬੋਲ ਕਵੀ ਸੰਤੋਖ ਸਿੰਘ ਜੀ ਕਾਵ ਰੂਪ ਚ ਲਿਖ ਰਹੇ ਆ, ਕਹਿੰਦੇ ਜੇ ਨਰ ਪਰ ਕੀ ਅੰਸ਼ ਚੁਰਾਵੇ, ਜੇ ਕੋਈ ਬੰਦਾ ਪਰਾਇਆ ਹੱਕ ਚੁਰਾਉਂਦਾ ਆ, ਚੋਰੀ ਕਰਦਾ ਆ, ਖੋਹਦਾ ਆ, ਤੇ ਖੋਹਦਾ ਕਿਵੇਂ ਆ, ਕੈ ਬਲ ਤੇ ਸ਼ੀਨੈ ਹਰਖਾਵੈ, ਆਪਣੀ ਤਾਕਤ ਨਾਲ ਆਪਣੇ ਜ਼ੋਰ ਨਾਲ ਖੋਹ ਕੇ ਤੇ ਬੜਾ ਖੁਸ਼ ਹੁੰਦਾ ਵੀ ਅੱਜ ਵਾਹਵਾ ਕਮਾਈ ਹੋ ਗਈ ਹੈ, ਅੱਜ ਚੰਗੇ ਪੈਸੇ ਮੋਟੇ ਕਮਾ ਲਏ ਆ। ਕਿਸੇ ਤਗੜੇ ਦੀ ਗੱਡੀ ਆਈ ਤੇ ਉਹਨੂੰ ਤੇ ਖਿਲਾਰਿਆ ਵੀ ਨਹੀਂ, ਤੇ ਜੇ ਕੋਈ ਵਿਚਾਰਾ ਮਾੜਾ ਮੋਟਰਸਾਈਕਲ ਤੇ ਦੁੱਧ ਵੀ ਲੈ ਕੇ ਜਾ ਰਿਹਾ ਤੇ ਉਹਨੂੰ ਡੰਡਾ ਮਾਰ ਕੇ ਖਿਲਾਰ ਲਿਆ ਵੀ ਨਾਕਾ ਲੱਗਾ ਹੈ, ਲਿਆ ਕਾਗਜ਼ ਪੱਤਰ, ਉਹਨੂੰ ਕਹਿਣਾ ਤੇਰਾ ਤੇ ਹੁਣ 10,000 ਦਾ ਚਲਾਨ ਹੋਵੇਗਾ, ਤੇ ਤਗੜੇ ਨੇ ਮਾੜੀ ਜੀ ਕਿੱਲੀ ਕੱਢ ਕੇ ਜੇਬ ਚੋਂ ਲਵਾਈ ਵੀ ਕਰਿਓ ਮਾੜੀ ਜੀ ਗੱਲ, ਤੇ ਉਹਨੂੰ ਛੱਡ ਦਿੱਤਾ। ਇਹ ਲੇਖਾ ਤਾਂ ਨਿਬੜਨਾ ਨਾ ਵੀ ਇੱਕ ਬੰਦਾ ਜਿਹੜਾ ਹੱਥੀਂ ਕਿਰਤ ਕਰਨ ਵਾਲਾ, ਉਹਦੀ ਅਸੀਂ ਗੱਲ ਵੀ ਸੁਣਨ ਵਾਸਤੇ ਤਿਆਰ ਨਹੀਂ, ਜਾਂ ਫਿਰ ਸਾਰਿਆਂ ਲਈ ਇੱਕੋ ਜਿਹਾ ਰੂਲ ਹੋਏ ਵੀ ਨਹੀਂ, ਲੰਘਣ ਹੀ ਨਹੀਂ ਦੇਣਾ ਕਿਸੇ ਨੂੰ ਕਾਗਜ਼ਾਂ ਤੋਂ ਬਗੈਰ। ਇਹ ਥੋੜਾ ਵੀ ਤਗੜੇ ਨੇ ਮਾੜਾ ਜਿਹਾ ਦਾਬਾ ਮਾਰਿਆ ਤੇ ਉਹਨੂੰ ਤੁਸੀਂ ਛੱਡ ਦਿਓ, ਤੇ ਜਿਹੜਾ ਕੋਈ ਮਾੜਾ ਗਰੀਬ ਕਾਬੂ ਆ ਗਿਆ ਤੇ ਉਹਨੂੰ ਕਹੋ ਨਹੀਂ ਭਈ ਇਹ ਤਾਂ ਨਹੀਂ ਗੱਲ ਬਣਨੀ, ਇਹ ਤੇ ਇੰਨੇ ਦਾ ਚਲਾਨ ਹੋਣਾ ਹੀ ਹੋਣਾ। ਇਹ ਦੋਗਲੀ ਨੀਤੀ ਆਪਣੇ ਬਲ ਕਰਕੇ ਹੀ ਆ ਨਾ, ਵੀ ਤਗੜੇ ਦੇ ਸਾਹਮਣੇ ਜ਼ੋਰ ਨਹੀਂ ਚੱਲਦਾ ਕਿਉਂਕਿ ਉਹ ਸਾਡੇ ਨਾਲੋਂ ਜ਼ਿਆਦਾ ਤਗੜਾ ਹੈ, ਤੇ ਜਿਹੜਾ ਮਾੜਾ ਵਾ ਉਹ ਸਾਡੇ ਨਾਲੋਂ ਜ਼ਿਆਦਾ ਮਾੜਾ ਆ, ਤੇ ਇਹਨੇ ਕਿਹੜਾ ਕੁਝ ਕਹਿਣਾ ਵਿਚਾਰੇ ਨੇ ਅੱਗੋਂ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕੈ ਬਲ ਤੇ ਸ਼ੀਨੈ, ਸ਼ੀਨੈ ਭਾਵ ਖੋਹ ਲੈਂਦਾ ਆਪਣੀ ਤਾਕਤ ਦੇ ਨਾਲ, ਹਰਖਾਵੈ ਤੇ ਬੜਾ ਖੁਸ਼ ਹੁੰਦਾ ਵੀ ਮੈਂ ਬੜੀ ਕਮਾਈ ਕਰ ਲਈ ਆ, ਪਰ ਉਹ ਬੰਦਾ ਆਪਣੇ ਵਾਸਤੇ ਜ਼ਹਿਰ ਇਕੱਠਾ ਕਰ ਰਿਹਾ ਹੁੰਦਾ ਤੇ ਆਪਣੇ ਅੱਗੇ ਪਾਪਾਂ ਦੇ ਕੰਡੇ ਬੀਜ ਰਿਹਾ ਹੁੰਦਾ ਹੈ। ਇੱਕ ਬੱਕਰੇ ਆਦਿਕ ਭਨ ਧਰਾ, ਦੀਨ ਹਾਰ ਤਿਨ ਭਖਣ ਕਰਾ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆ, ਕਹਿੰਦੇ ਕਿ ਬੱਕਰੀ ਤੇ ਮਿਰਗ ਇਹੋ ਜੀਆਂ ਜੂਨਾਂ ਪੈਂਦਾ, ਲੋਕਾਂ ਦੇ ਫਿਰ ਮੂੰਹ ਦਾ ਉਹ ਖੁਰਾਕ ਬਣਦਾ, ਤੋੜ ਤੋੜ ਕੇ ਉਹਦਾ ਮਾਸ ਟੁੱਕ ਟੁੱਕ ਕੇ ਖਾਧਾ ਜਾਂਦਾ ਹੈ, ਜਿਹੜਾ ਕਿਸੇ ਦਾ ਹੱਕ ਖੋਹਦਾ ਹੈ। ਸੁਆਮੀ ਅੰਸ਼ ਚੁਰਾਵੇ ਜੇਈ, ਇਸੀ ਦਸਾ ਦੁਖ ਪਾਵੇ ਤੇਈ। ਤੇ ਜਿਹੜਾ ਕੋਈ ਆਪਣੇ ਮਾਲਕ ਦੇ ਨਾਲ ਠੱਗੀ ਕਰਦਾ ਹੈ, ਪਹਿਲਾਂ ਬੇਨਤੀ ਕੀਤੀ ਕਿ ਮਾਲਕ ਆਪਣੇ ਨੌਕਰ ਦੀ ਤਨਖਾਹ ਰੱਖ ਲਈ, ਉਹਨੇ ਦਿਨ ਵੱਧ ਲਾਏ ਤੇ ਦਾਬਾ ਮਾਰ ਕੇ ਕਿ ਨਹੀਂ ਤੂੰ ਇੰਨੇ ਘੱਟ ਲਾਏ ਆ, ਇੰਨੇ ਦਿਨਾਂ ਦੀ ਮਾਇਆ ਤੇਰੀ ਰੱਖ ਲਾਂਗਾ, ਤੂੰ ਆਹ ਗਲਤੀ ਕਰ ਲਈ ਸੀ। ਜੇ ਮਾਲਕ ਆਪਣੇ ਨੌਕਰ ਦੀ ਮਾਇਆ ਰੱਖ ਰਿਹਾ ਤੇ ਉਹ ਵੀ ਗੁਨਾਹਗਾਰ ਆ, ਉਹ ਵੀ ਪਰਾਇਆ ਹੱਕ ਖੋਹ ਰਿਹਾ ਹੈ। ਤੇ ਜੇ ਨੌਕਰ ਦੇ ਉੱਤੇ ਮਾਲਕ ਨੇ ਭਰੋਸਾ ਕਰ ਲਿਆ, ਜਿਵੇਂ ਕਲਗੀਧਰ ਸਤਿਗੁਰਾਂ ਨੇ ਇਹਨੂੰ ਖਜ਼ਾਨਚੀ ਲਾਇਆ ਸੀ, ਇਹਦੇ ਹਵਾਲੇ ਖਜ਼ਾਨਾ ਕੀਤਾ ਸੀ, ਤੇ ਜੇ ਨੌਕਰ ਆਪਣੇ ਮਾਲਕ ਦੀ ਕਮਾਈ ਤੇ ਜਿੰਨੀ ਉਹਦੀ ਤਨਖਾਹ ਜਿਹਦਾ ਮਾਲਕ ਉਹਨੂੰ ਦੇ ਰਿਹਾ ਹੈ, ਜੇ ਉਹਦਾ ਮਾਲਕ ਉਹਦਾ ਮਾਣ ਕਰਦਾ, ਅਦਬ ਕਰਦਾ, ਫੇਰ ਵੀ ਨੌਕਰ ਜਿਹੜਾ ਮਾਲਕ ਦੀ ਕਮਾਈ ਚੋਂ ਕੁੰਡੀ ਲਾਵੇ, ਕੁੰਡੀ ਸਮਝਦੇ ਨਾ ਆਪਾਂ ਸਾਰੇ, ਜੇ ਉਹਦੇ ਚੋਂ ਉਹਦਾ ਹੱਕ ਖੋਹਦਾ ਹੈ, ਚੋਰੀ ਕਰਦਾ ਹੈ, ਤੇ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਸੁਆਮੀ ਅੰਸ਼ ਚੁਰਾਵੇ ਜੇਈ, ਇਸੀ ਦਸ਼ਾ ਦੁੱਖ ਪਾਵੇ ਤੇਈ। ਕਹਿਣ ਲੱਗੇ ਇਹ ਦੋਵਾਂ ਵਾਸਤੇ ਬਰਾਬਰ ਆ, ਇੱਥੇ ਦੁਨੀਆ ਵਾਲਾ ਕੰਮ ਨਹੀਂ ਆ ਵੀ ਤਗੜਾ ਆ ਤੇ ਛੱਡ ਦਿਓ, ਮਾੜਾ ਆ ਤੇ ਕਾਬੂ ਕਰ ਲਓ। ਸਤਿਗੁਰੂ ਜੀ ਕਹਿੰਦੇ ਜੇ ਮਾਲਕ ਦੇ ਨਾਲ ਨੌਕਰ ਬੇਈਮਾਨ ਨਹੀਂ ਕਰਦਾ ਹੈ ਉਹ ਵੀ ਦੋਸ਼ੀ ਹੈ, ਤੇ ਜੇ ਮਾਲਕ ਆਪਣੇ ਨੌਕਰ ਤੇ ਧੱਕਾ ਕਰਦਾ ਹੈ ਤੇ ਉਹ ਵੀ ਗੁਨਾਹਗਾਰ ਹੈ। ਬਾਦਸ਼ਾਹ ਕਹਿੰਦੇ ਭਾਈ ਡੱਲੇ ਹੱਸੇ ਤਾਂ ਕਰਕੇ ਆ ਵੀ ਉਦੋਂ ਇਹਨੂੰ ਵਰਜਦੇ ਸਾਂ, ਤੇ ਇਹ ਕਹਿੰਦਾ ਸੀ ਕਿਹੜਾ ਕਿਸੇ ਨੂੰ ਪਤਾ ਲੱਗਣ ਦਿਆ, ਕੋਈ ਗੱਲ ਨਹੀਂ, ਆਪਣੀ ਮਨਮਰਜ਼ੀ ਦੇ ਨਾਲ ਧਨ ਚਰਾਉਂਦਾ ਸੀ, ਲੁੱਟਦਾ ਸੀ, ਖਰਾਬ ਕਰਦਾ ਸੀ, ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਬਰਬਾਦ ਕਰਦਾ ਹੋਵੇਗਾ। ਬਾਦਸ਼ਾਹ ਕਹਿੰਦੇ ਹੱਸੇ ਤਾਂ ਆ ਉਦੋਂ ਇਹਦੇ ਕੋਲ ਮੌਕਾ ਸੀ, ਤੇ ਜੇ ਉਦੋਂ ਸਾਡੀ ਗੱਲ ਮੰਨ ਲੈਂਦਾ ਤੇ ਅੱਜ ਇਹਦੇ ਨਾਲ ਇਹ ਕੁਝ ਨਾ ਵਰਤਦਾ, ਇਹਨੂੰ ਜੂਨਾਂ ਵਿੱਚ ਨਾ ਪੈਣਾ ਪੈਂਦਾ। ਕਲਗੀਧਰ ਪਾਤਸ਼ਾਹ ਕਹਿੰਦੇ ਇਹ ਬਿਰਤਾਂਤ ਵੇਖ ਕੇ, ਅੱਜ ਇਹਦੀ ਦਸ਼ਾ ਵੇਖ ਕੇ, ਅੱਜ ਇਹਦੀ ਭਟਕਣਾ ਵੇਖ ਕੇ ਅਸੀਂ ਹੱਸੇ ਹਾਂ। ਦਮਦਮਾ ਰਹਿਓ ਪਹੁੰਚਨ ਸਮਾ ਨਾ ਮਨ ਨਾ ਲਹਿਓ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਵੇਂ ਫਿਰ ਸਫ਼ਰ ਕਰਦਿਆਂ ਉਸ ਤੋਂ ਅਗਾਂਹ ਚਲੇ ਗਏ। ਦਮਦਮਾ ਸਾਹਿਬ ਤੋਂ ਕੁਝ ਦੂਰੀ ਤੇ ਕਲਗੀਧਰ ਪਾਤਸ਼ਾਹ ਜੀ ਜਾ ਪਹੁੰਚੇ। ਉੱਥੇ ਜਾ ਕੇ ਡੇਰਾ ਕੀਤਾ, ਸਿੱਖਾਂ ਅਰਦਾਸ ਕੀਤੀ, ਪਾਤਸ਼ਾਹ ਇੱਥੇ ਤੁਸੀਂ ਜੰਗਲ ਵਿੱਚ ਹੀ ਡੇਰਾ ਕਰ ਲਿਆ, ਪ੍ਰਸ਼ਾਦਾ ਪਾਣੀ ਕਿੱਥੋਂ ਛਕਾਂਗੇ, ਕਿੱਥੋਂ ਖਾਵਾਂਗੇ। ਮੇਰੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਰਹਿਮਤ ਕਰਦਿਆਂ ਹੋਇਆ
ਉਹਨਾਂ ਸਾਰਿਆਂ ਸਿੱਖਾਂ ਨੂੰ ਤ੍ਰਿਪਤ ਕੀਤਾ, ਸਾਰਿਆਂ ਪ੍ਰਸ਼ਾਦ ਪਾਣੀ ਗੁਰਾਂ ਦੀ ਕਿਰਪਾ ਦੇ ਨਾਲ ਛਕਿਆ। ਐਵੇਂ ਕਲਗੀਧਰ ਸਤਿਗੁਰੂ ਜੀ ਨੇ ਉਹ ਰਾਤ ਉੱਥੇ ਬਾਹਰ ਜੰਗਲ ਵਿੱਚ ਹੀ ਬਤੀਤ ਕੀਤੀ ਹੈ। ਔਰ ਲੱਗੀ ਬਰਖਾ ਹਟੀ ਰੀਤੇ ਦਿਸ ਕੀਤ। ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਿਰ ਕੁਝ ਸਮਾਂ ਐਵੇਂ ਬਤੀਤ ਕਰਨ ਤੋਂ ਬਾਅਦ ਵਾਪਸ ਜਦੋਂ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਆਏ, ਐਵੇਂ ਸਮਾਂ ਬੀਤਦਾ ਗਿਆ। ਨਿਤਾ ਪ੍ਰਤੀ ਦੀਵਾਨ ਲੱਗਦੇ, ਗੁਰੂ ਦੀਆਂ ਸੰਗਤਾਂ ਹਾਜ਼ਰ ਹੁੰਦੀਆਂ, ਭੇਟਾਵਾਂ ਅਰਪਣ ਕਰਦੀਆਂ। ਤੇ ਥੋੜਾ ਜਿਹਾ ਸਮਾਂ ਜਦੋਂ ਐਵੇਂ ਲੰਘਿਆ ਤੇ ਬੜੀ ਔੜ ਲੱਗ ਗਈ, ਕਾਲ ਪੈ ਗਿਆ, ਫਸਲ ਨਾ ਹੋਈ, ਔੜ ਲੱਗੀ, ਬਰਖਾ ਹਟੀ, ਮੀਂਹ ਨਾ ਪਿਆ। ਕਿੰਨਾ ਸਮਾਂ ਜਦੋਂ ਬਰਸਾਤ ਨਾ ਹੋਈ ਤਾਂ ਖੇਤੀ ਲਾਗੀ ਸੁੱਕਦੇ ਉਬਰਿਓ ਖੇਤ ਨਾ ਏਕ। ਖਿੱਚ ਕੇ ਰੱਖੀ ਤਾਂ ਜਦੋਂ ਬਰਸਾਤ ਨਾ ਹੋਈ ਤੇ ਔੜ ਲੱਗ ਗਈ, ਖੇਤੀ ਸੁੱਕਣ ਲੱਗ ਪਈ, ਫਸਲਾਂ ਬਰਬਾਦ ਹੋਣੀਆਂ ਸ਼ੁਰੂ ਹੋ ਗਈਆਂ ਹਨ। ਸੋ ਪਈ ਪਰਜਾ ਪਈ ਦੀਪ ਦੁਖਿਆਰੀ ਹੋਏ ਨਿਰਦੇਸ਼ ਪਰਿਓ ਨਹਿ ਬਾਰੀ। ਲੋਕ ਬੜੇ ਦੁਖੀ ਹੋ ਗਏ, ਕਾਲ ਪੈ ਗਿਆ, ਲੋਕੀ ਭੁੱਖੇ ਰਹਿਣ ਲੱਗ ਪਏ ਤੇ ਬਿਮਾਰੀ ਫੈਲਣ ਲੱਗ ਪਈ ਹੈ। ਕਹਾ ਹਵਾਲ ਹਮਾਰੋ ਬਿਨਾ ਅਨ ਕਹਿਓ ਜਿਹਨ ਵਿਚਾਰੋ। ਤੇ ਕਹਿਣ ਲੱਗੇ ਹੁਣ ਸਾਡੀ ਰਖਵਾਲੀ ਕੌਣ ਕਰੇਗਾ, ਕਿਵੇਂ ਤ੍ਰਿਪਤੀ ਹੋਵੇਗੀ, ਕਿਹਦੇ ਅੱਗੇ ਅਰਦਾਸ ਕਰੀਏ, ਕਿਹਦੇ ਅੱਗੇ ਫਰਿਆਦ ਕਰੀਏ, ਅੰਨ ਕਿੱਥੋਂ ਪ੍ਰਾਪਤ ਹੋਵੇਗਾ ਜੇ ਬਰਸਾਤ ਨਾ ਹੋਈ ਤਾਂ। ਮਹਾ ਕਸ਼ਟ ਕੋ ਪਾਏ ਮਿਲ ਮਿਲ ਬੈਠ ਬੈਠ ਪਛਤਾਏ। ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਆਪਸ ਵਿੱਚ ਮਿਲ ਮਿਲ ਕੇ ਸਲਾਹਾਂ ਕਰਦੇ ਤੇ ਪਛਤਾਉਂਦੇ ਹਨ। ਗ੍ਰਾਮਨ ਕੇ ਸਮੁਦਾਈ ਚਿਤ ਚਿੰਤਾ ਬਸ ਭੇਖ ਖਾਈ। ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਦਮਦਮਾ ਸਾਹਿਬ ਤੋਂ ਕੁਝ ਦੂਰੀ ਤੇ ਰਹਿਣ ਵਾਲੇ ਸਨ, ਉਹਨਾਂ ਸਾਰਿਆਂ ਨੇ ਇੱਕ ਜਗ੍ਹਾ ਤੇ ਮਿਲ ਕੇ ਬਹੁਤ ਚਿੰਤਾ ਕੀਤੀ ਹੈ ਕਿ ਬਰਸਾਤ ਨਹੀਂ ਹੋਈ ਤੇ ਫਸਲਾਂ ਬਰਬਾਦ ਹੋ ਰਹੀਆਂ ਹਨ। ਸਮੀਪ ਸਤਿਗੁਰੂ ਸਹਾਏ ਜਿਨ ਤੇ ਮਨੋ ਕਾਮਨਾ ਪਾਏ। ਤੇ ਜਦੋਂ ਆਪਸ ਵਿੱਚ ਮਿਲ ਮਿਲ ਕੇ ਸਲਾਹਾਂ ਕਰਦੇ ਆ, ਫਿਰ ਕਿਸੇ ਰੰਗ ਰਤੜੇ ਨੇ ਜਿਹਦੀ ਪ੍ਰੀਤ ਗੁਰੂ ਘਰ ਦੇ ਨਾਲ ਸੀ, ਉਹਨੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਬਾਰੇ ਦੱਸਿਆ। ਆਖਿਆ ਕਲਗੀਧਰ ਸਤਿਗੁਰੂ ਜੀ ਇਸ ਇਲਾਕੇ ਦੇ ਵਿੱਚ ਨੇ, ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਸਾਨੂੰ ਫਰਿਆਦ ਕਰਨੀ ਚਾਹੀਦੀ ਆ। ਜਿਹੜਾ ਕੋਈ ਮਨੋ ਕਾਮਨਾ ਲੈ ਕੇ ਪਾਤਸ਼ਾਹ ਕੋਲ ਅਰਦਾਸ ਕਰਦਾ, ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ। ਆਸਾ ਮਿਲ ਕੇ ਦੇਸ਼ ਚਲੋ ਗੁਰ ਪਾਸਾ। ਆਖਿਆ ਸਾਰੇ ਇਕੱਠੇ ਹੋਈਏ, ਕਲਗੀਧਰ ਪਾਤਸ਼ਾਹ ਦੇ ਕੋਲ ਜਾ ਕੇ ਅਰਦਾਸ ਕਰਦੇ ਆ। ਉਹ ਇੱਕ ਇੱਕ ਦੀ ਅਰਦਾਸ ਪੂਰੀ ਕਰਦੇ ਹਨ। ਜਾਚੋ ਬਰਖਾ ਗੁਰੂ ਕਰਾਂਗਾ ਜੀਵ ਦਾਨ ਜਗੋ ਤਬ ਦੈ। ਕਹਿੰਦੇ ਪਾਤਸ਼ਾਹ ਦੇ ਕੋਲ ਜਾ ਕੇ ਅਰਦਾਸ ਕਰੀਏ ਕਿ ਸਾਹਿਬਾ ਕਿਰਪਾ ਕਰੋ, ਬਰਸਾਤ ਹੋਵੇ, ਮੀਂਹ ਪਵੇ। ਜਦੋਂ ਮੀਂਹ ਪਵੇਗਾ ਤੇ ਤੁਹਾਡੀ ਕਿਰਪਾ ਨਾਲ ਜੀਵ ਜੰਤੂ ਸੁਖੀ ਵਸਣਗੇ। ਇੱਕ ਵਿਚਾਰ ਸੰਗਤ ਸਮੁਦਾਈ ਸਿਆਣੇ ਸਿੱਖ ਕਰੇ ਅਗਵਾਈ। ਐਵੇਂ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ, ਕੁਝ ਸਿੱਖਾਂ ਨੇ ਉਹਨਾਂ ਲੋਕਾਂ ਦੀ ਅਗਵਾਈ ਕੀਤੀ ਤੇ ਕਲਗੀਧਰ ਪਾਤਸ਼ਾਹ ਕੋਲ ਚੱਲੇ ਹਨ। ਆਨ ਤੰਤ ਨੇ ਕੀਨ ਸਡੇਰੇ ਚੌਦਸ ਕੇ ਨਰ ਮਿਲੇ ਢਨੇਰੇ। ਸਾਰੇ ਸਿੱਖ ਤੇ ਸਾਰੇ ਉਹ ਲੋਕ ਸੰਗਤੀ ਰੂਪ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਆ ਪਹੁੰਚੇ ਹਨ। ਪਰੇ ਤਰਾਸ ਵਿੱਚ ਕੋ ਭਾਰੇ ਆਏ ਗੁਰੂ ਸਭੇ ਪਰਿਵਾਰ ਸਮੇਤ ਪਰਿਵਾਰਾਂ ਦੇ ਵਹੀਰਾ ਘੱਤ ਕੇ ਤੁਰ ਪਏ। ਕਹਿੰਦੇ ਗੁਰੂ ਘਰ ਲੰਗਰ ਪ੍ਰਸ਼ਾਦਾ ਮਿਲਦਾ, ਕਿੰਨਾ ਕਿੰਨਾ ਸਮਾਂ ਹੋ ਗਿਆ, ਇਹਨਾਂ ਪ੍ਰਸ਼ਾਦਾ ਵੀ ਰਜਵਾ ਨਹੀਂ ਸੀ ਛਕਿਆ। ਇਹ ਸਾਰੇ ਲੋਕ ਇਕੱਠੇ ਹੋਏ, ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ, ਸਾਹਿਬਾਂ ਦੇ ਦੀਦਾਰ ਕੀਤੇ, ਲੰਗਰ ਚੋਂ ਪ੍ਰਸ਼ਾਦਾ ਛਕਿਆ ਹੈ। ਆ ਕੇ ਕਲਗੀਧਰ ਸਤਿਗੁਰਾਂ ਨੂੰ ਨਮਸਕਾਰ ਕੀਤੀ। ਜਿਨ੍ਹਾਂ ਨੂੰ ਬਹਿਣ ਵਾਸਤੇ ਥਾਂ ਮਿਲ ਗਿਆ ਉਹ ਬਹਿ ਗਏ, ਬਾਕੀ ਦੇ ਖਲੋ ਕੇ ਅਰਦਾਸ ਕਰ ਰਹੇ ਹਨ। ਕਰੋ ਮੇਵਰੋ ਅਰਜ ਗੁਜ਼ਾਰੀ ਕਰੋ ਪ੍ਰਭੂ ਜਗ ਕੀ ਰਖਵਾਰੀ। ਇਹਨਾਂ ਨੇ ਆ ਕੇ ਮੇਵੜੇ ਸਿੱਖ ਨੂੰ ਦੱਸਿਆ, ਅਰਦਾਸੀਏ ਨੇ ਅਰਦਾਸ ਕੀਤੀ ਕਲਗੀਧਰ ਸਤਿਗੁਰਾਂ ਦੇ ਚਰਨਾਂ ਚ। ਆਖਿਆ ਪਾਤਸ਼ਾਹ ਜੀ ਇਹ ਦੂਰੋਂ ਚੱਲ ਕੇ ਆਏ ਨੇ, ਇਹਨਾਂ ਦੇ ਇਲਾਕੇ ਵਿੱਚ ਕਾਲ ਪਿਆ ਏ, ਬਰਸਾਤ ਨਹੀਂ ਹੋਈ, ਔੜ ਲੱਗੀ ਰਹੀ ਆ। ਸਤਿਗੁਰੂ ਸਾਹਿਬ ਮਹਾਰਾਜ ਫਸਲਾਂ ਬਰਬਾਦ ਹੋ ਰਹੀਆਂ, ਜੀਵ ਜੰਤੂ ਤਰਾਹ ਤਰਾਹ ਕਰ ਰਹੇ ਨੇ। ਇਹ ਆਪ ਜੀ ਦੇ ਚਰਨਾਂ 'ਚ ਬਰਸਾਤ ਵਾਸਤੇ ਅਰਦਾਸ ਕਰਨ ਪਹੁੰਚੇ ਹਨ। ਗਗਨ ਮੈਂ ਮੇਘ ਦਿਖੰਤੇ ਸਭ ਦੇਸਨ ਕੇ ਖੇਤ ਸੁਕੰਤੇ। ਪਾਤਸ਼ਾਹ ਜੀ ਅਰਦਾਸ ਕਰਦੇ ਆ ਕਿ ਆਕਾਸ਼ ਵਿੱਚ ਬੱਦਲ ਵੇਖਿਆਂ ਨੂੰ ਕਈ ਚਿਰ ਹੋ ਗਿਆ, ਬਰਸਾਤ ਪਈ ਨੂੰ ਬਹੁਤ ਸਮਾਂ ਹੋ ਗਿਆ, ਤੇ ਪਾਤਸ਼ਾਹ ਜੀ ਕਿਰਪਾ ਕਰੋ, ਸਭ ਦੇਸ਼ਨ ਕੇ ਖੇਤ ਸੁਕੰਤੇ, ਖੇਤ ਸੁੱਕ ਗਏ ਨੇ, ਓੜ ਲੱਗੀ ਦੇ ਕਰਕੇ ਪਾਤਸ਼ਾਹ ਫਸਲਾਂ ਬਰਬਾਦ ਹੋ ਗਈਆਂ ਹਨ। ਆਪਕੇ ਫਸਲ ਜੇ ਅਨ ਵਿਨਾਸਾ ਨਹੀਂ ਲੰਕੀ ਜੀਵਨ
ਤੇ ਆਸਾ। ਸਤਿਗੁਰੂ ਜੀ ਜੇ ਇਸ ਵਾਰ ਹੁਣ ਮੀਂਹ ਨਾ ਪਿਆ, ਬਰਸਾਤ ਨਾ ਹੋਈ, ਫਸਲ ਨਹੀਂ ਹੋਵੇਗੀ ਤੇ ਲੋਕ ਭੁੱਖ ਦੇ ਨਾਲ ਮਰ ਜਾਵਣਗੇ। ਆਪਣੀ ਸੰਗਤ ਜਾਨ ਵਿਚਾਰੋ, ਕਰੋ ਪਾਕ ਵਰਖਾ ਦਰਖਾਵੋ। ਆਖਿਆ ਪਾਤਸ਼ਾਹ ਜੀ ਅਸੀਂ ਹੋਰ ਕਿਸੇ ਦਰ ਤੇ ਨਹੀਂ ਜਾਣਾ, ਅਸੀਂ ਸਭ ਦਰ ਟੋਲ ਕੇ ਵੇਖ ਲੈ। ਲੋਕ ਕਹਿੰਦੇ ਸੀ ਇੰਦਰ ਦੇਵਤੇ ਨੂੰ ਪ੍ਰਸੰਨ ਕਰੋ ਤੇ ਬਰਸਾਤ ਹੋਵੇਗੀ, ਵਰਖਾ ਹੋਵੇਗੀ। ਪਾਤਸ਼ਾਹ ਅਸੀਂ ਸਭ ਔੜ ਪੌੜ ਕਰਕੇ ਵੇਖ ਲਏ ਨੇ, ਹੁਣ ਤੁਹਾਡੇ ਸਿੱਖ ਸਾਨੂੰ ਬੜੀ ਭਾਵਨਾ ਦੇ ਨਾਲ ਤੁਹਾਡੇ ਕੋਲ ਲੈ ਕੇ ਆਏ ਆ। ਪਾਤਸ਼ਾਹ ਜੀ ਹੁਣ ਕਿਰਪਾ ਕਰੋ, ਤੁਹਾਡੇ ਭੈ ਵਿੱਚ ਆ ਇੰਦ, ਤੁਹਾਡੇ ਡਰ ਵਿੱਚ ਆ, ਤੁਹਾਡੇ ਹੁਕਮ ਵਿੱਚ ਆ ਬਰਸਾਤ, ਤੇ ਆਪ ਜੀ ਕਿਰਪਾ ਕਰੋ ਬਰਸਾਤ ਹੋਵੇ ਤਾਂ ਕਿ ਸਾਡੇ ਇਲਾਕੇ ਦੇ ਵਿੱਚ ਫਸਲ ਬਾੜੀ ਜਿਹੜੀ ਆ ਅੰਨ ਪੈਦਾ ਹੋਵੇਗਾ, ਜੀਵ ਜੰਤੂ ਸੁਖੀ ਹੋ ਜਾਵਣਗੇ। ਸੁਣੇ ਅਰਜੀ ਪ੍ਰਭ ਕ੍ਰੋਧ ਵਧਾਇਓ, ਡੱਲੇ ਦਿਸ ਅਲੋਕ ਲਾਇਓ। ਜਦੋਂ ਉਸ ਵੇਲੇ ਕਲਗੀਧਰ ਸਤਿਗੁਰਾਂ ਨੇ ਇਹਨਾਂ ਦੀ ਫਰਿਆਦ ਸੁਣੀ ਤੇ ਭਾਈ ਡੱਲੇ ਨੂੰ ਮੇਰੇ ਸਾਹਿਬ ਇਸ਼ਾਰਾ ਕਰਦੇ ਹਨ। ਉਠ ਸੁਰਪਤ ਕੋ ਤਤੋ ਬੇਸਾਲਾ, ਪਠੇ ਵੇਦ ਜਿਸਤੇ ਤਤਕਾਲਾ। ਤੇ ਉਸ ਵੇਲੇ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਕਹਿਣ ਦੇ ਉੱਤੇ ਭਾਈ ਡੱਲਾ ਉੱਠਿਆ। ਭਾਈ ਡੱਲੇ ਨੇ ਉੱਠ ਕੇ ਤੇ ਜਿਵੇਂ ਮਾਣ ਦਿੱਤਾ ਕਲਗੀਧਰ ਸਤਿਗੁਰਾਂ ਨੇ ਭਾਈ ਡੱਲੇ ਨੂੰ, ਭਾਈ ਡੱਲੇ ਨੇ ਉਸ ਵੇਲੇ ਉੱਠ ਕੇ ਤੇ ਐਵੇਂ ਬੜੇ ਕ੍ਰੋਧ ਜੇ ਦੇ ਨਾਲ ਉਸ ਇੰਦਰ ਵੱਲ ਵੇਖ ਕੇ ਇਸ਼ਾਰਾ ਕੀਤਾ ਜਿਹੜਾ ਕਲਗੀਧਰ ਸਤਿਗੁਰਾਂ ਦੇ ਆਪਣੇ ਹੁਕਮ ਵਿੱਚ ਹੈ। ਉਹਨੂੰ ਕੁਝ ਬੋਲ ਬੜੇ ਕਠੋਰ ਜਏ ਉਸ ਵੇਲੇ ਭਾਈ ਡੱਲੇ ਨੇ ਆਖੇ ਹਨ। ਗੁਰੂ ਬਚਨ ਪਰ ਧਰ ਵਿਸਵਾਸਾ, ਡੱਲਾ ਉਠਿਓ ਬਿਲੋਕ ਆਕਾਸਾ। ਤੇ ਉਸ ਵੇਲੇ ਭਾਈ ਡੱਲੇ ਨੇ ਕਲਗੀਧਰ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਪਨਹੀ ਸ਼ਬਦ ਮਗਾਈ ਸੋ ਮਾਰੀ, ਮੁਕਤੇ ਗਾਰੀ ਅਨਕ ਨਿਰਾਹਾਰੀ। ਉਸ ਵੇਲੇ ਜਿਵੇਂ ਇੰਦਰ ਨੂੰ ਚੈਲੰਜ ਕੀਤਾ ਹੋਵੇ, ਆਕਾਸ਼ ਵੱਲ ਵੇਖ ਕੇ ਆਖਿਆ ਤੁਹਾਨੂੰ ਭੈ ਨਹੀਂ, ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦਾ ਹੁਕਮ ਹੈ ਕਿ ਇਸੇ ਵੇਲੇ ਹੀ ਬਰਸਾਤ ਹੋਣੀ ਚਾਹੀਦੀ ਹੈ। ਮਾਨ ਕੋ ਬਰਖੋ ਪੂਰਨਾ, ਹਮ ਦੀ ਬਾਤ ਮਾਨੇ ਗੁਰ ਪੂਰਨਾ। ਆਖਿਆ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦਾ ਹੁਕਮ ਹੈ। ਉਹਨਾਂ ਸਿੱਖਾਂ ਨੂੰ, ਉਹਨਾਂ ਸੰਗਤਾਂ ਨੂੰ ਭਾਈ ਡੱਲੇ ਨੇ ਉਸ ਵੇਲੇ ਸਮਝਾਇਆ ਕਿ ਭਾਈ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਪਰਮੇਸ਼ਰ ਹਨ। ਜੇ ਤੁਸੀਂ ਕਲਗੀਧਰ ਦੇ ਚਰਨਾਂ ਦਾ ਆਸਰਾ ਤੱਕਿਆ ਤੇ ਵਿਸ਼ਵਾਸ ਰੱਖੋ, ਇੰਦਰ ਦੇ ਨਹੀਂ, ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਵਸ ਵਿੱਚ ਹੈ ਬਰਸਾਤ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਹੁਕਮ ਵਿੱਚ, ਇਹਨਾਂ ਦੇ ਭੈ ਵਿੱਚ ਹੈ ਆਕਾਸ਼, ਧਰਤੀ, ਇਹ ਪਾਣੀ, ਇਹ ਪੌਣ, ਇਹ ਸਾਰੇ ਦੇ ਸਾਰੇ ਦਰਿਆ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਉਸ ਪਰਮੇਸ਼ਰ ਦਾ ਰੂਪ ਨੇ ਤੇ ਉਸ ਅਕਾਲ ਪੁਰਖ ਦੇ ਭੈ ਵਿੱਚ ਹੀ ਦਰਿਆ ਵਗਦੇ ਆ, ਹਵਾਵਾਂ ਵਗਦੀਆਂ ਨੇ, ਆਕਾਸ਼ ਵਿੱਚ ਬੱਦਲ ਮੰਡਰਾਉਂਦੇ ਆ। ਉਹਨਾਂ ਸਾਰੇ ਆਏ ਹੋਏ ਲੋਕਾਂ ਨੂੰ ਭਾਈ ਡੱਲੇ ਨੇ ਵਿਸ਼ਵਾਸ ਦਿਵਾਇਆ ਹੈ। ਲੋਕੀ ਹੈ ਅਸ ਕੌਣ, ਜਿਸਕੇ ਮਨ ਮੈਂ ਸ੍ਰੀ ਗੁਰੂ ਭਾਉਣਾ। ਕਿਆ ਤਿੰਨਾਂ ਲੋਕਾਂ ਵਿੱਚ ਐਸਾ ਕੌਣ ਹੈ ਜਿਹੜਾ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦਾ ਹੁਕਮ ਮੋੜ ਸਕਦਾ ਹੋਵੇ। ਆਪ ਕ੍ਰਿਸ਼ਨ ਰਨ ਕਰ ਜੈ ਪਾਈ, ਗੁਰ ਦਰਸ਼ਨ ਤੇ ਮਾਰ ਕਰਾਈ। ਤੇ ਕਹਿਣ ਲੱਗੇ ਜਿਵੇਂ ਕ੍ਰਿਸ਼ਨ ਨੇ ਕਿਸੇ ਵੇਲੇ ਇੰਦਰ ਨੂੰ ਜਿੱਤਿਆ ਸੀ, ਸੁਣਿਆ ਤੇ ਮੰਨਿਆ ਜਾਂਦਾ ਹੈ ਕਿ ਕ੍ਰਿਸ਼ਨ ਨੇ ਇੰਦਰ ਨੂੰ ਜਿੱਤਿਆ ਸੀ, ਪਰ ਭਾਗਾਂ ਵਾਲਿਓ ਭਾਈ ਡੱਲਾ ਸਾਰਿਆਂ ਸਿੱਖਾਂ ਨੂੰ ਕਹਿੰਦਾ ਹੈ ਕਿ ਇੱਥੇ ਸਤਿਗੁਰੂ ਜੀ ਆਪ ਨਹੀਂ, ਇੱਥੇ ਤੇ ਸਤਿਗੁਰਾਂ ਦੀ ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਜਿਹੜੇ ਰੰਗ ਰਤੜੇ ਨੇ, ਉਹਨਾਂ ਤੋਂ ਵੀ ਇੰਦਰ ਵਰਗੇ ਦੇਵਤੇ ਡਰਦੇ ਤੇ ਘਬਰਾਉਂਦੇ ਫਿਰਦੇ ਹਨ। ਗੁਰਦਾਸਨ ਤੇ ਮਾਰ ਕਰਾਈ। ਕਲਗੀਧਰ ਸਤਿਗੁਰੂ ਜੀ ਇੰਨੀ ਕੁ ਵਡਿਆਈ ਆਪਣੀਆਂ ਸਿੱਖਾਂ ਨੂੰ ਹੀ ਬਖਸ਼ਿਸ਼ ਕਰ ਦਿੰਦੇ ਹਨ। ਸਾਰਿਆਂ ਨੂੰ ਕਿਹਾ ਕਲਗੀਧਰ ਸਾਹਿਬਾਂ ਦੇ ਚਰਨਾਂ ਵਿੱਚ ਹੀ ਅਰਦਾਸ ਕਰੋ, ਪਾਤਸ਼ਾਹ ਜੀਆਂ ਦੀ ਰਜ਼ਾ ਹੋਈ, ਮਰਜ਼ੀ ਹੋਈ ਤੇ ਜ਼ਰੂਰ ਜਲਦੀ ਹੀ ਬਰਸਾਤ ਹੋਵੇਗੀ। ਇਤਨੇ ਕਹੇ ਗਗਨ ਘਨ ਛਾਏ, ਜਲ ਗੇਰਨ ਲਾਗੇ ਸਮੁਦਾਏ। ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਤਰੁੱਠ ਕੇ, ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਤਰੁੱਠ ਕੇ ਇਸ਼ਾਰਾ ਕੀਤਾ। ਆਸਾ ਕੀ ਵਾਰ ਦੀ ਪਾਵਨ ਬਾਣੀ ਦੇ ਬੋਲ ਹਨ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਉਹ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੀ ਰਜ਼ਾ, ਉਹਦੇ ਹੁਕਮ ਵਿੱਚ ਆਏ ਸਾਰੀ ਦੁਨੀਆ ਦੀ ਕਾਰਵਾਈ ਜਿੰਨੀ ਵੀ ਵਰਤਦੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਹਿਬ ਕਿਰਪਾ ਕਰ ਦਿਆ, ਦੱਤਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ।
ਦਿਨ ਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਸ ਵਿੱਚ ਨੇ ਇਹ ਸਾਰੇ ਦੀਆਂ ਸਾਰੀਆਂ ਦਾਤਾਂ। ਭਾਈ ਡੱਲੇ ਨੇ ਆਖਿਆ ਕਲਗੀਧਰ ਸਤਿਗੁਰਾਂ ਜੀ ਦੀ ਜਦੋਂ ਰਹਿਮਤ ਹੋਈ, ਅਵੱਛ ਬਰਸਾਤ ਹੋਵੇਗੀ। ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਨੇ। ਕਲਗੀਧਰ ਸਤਿਗੁਰਾਂ ਨੇ ਫਿਰ ਉਸ ਵੇਲੇ ਰਹਿਮਤ ਕਰਦਿਆਂ ਹੋਇਆ ਜਦੋਂ ਆਕਾਸ਼ ਵੱਲ ਆਪਣੀ ਮਿਹਰ ਦੀ ਨਿਗਾਹ ਨਾਲ ਤੱਕਿਆ ਤੇ ਕਵੀ ਦੀ ਆਖਦੇ ਆ ਕਾਲੀਆਂ ਘਟਾਵਾਂ ਚੜ੍ਹ ਕੇ ਆ ਗਈਆਂ ਹਨ। ਸ੍ਰੀ ਮੁਖ ਤੇ ਬਹੁ ਹਸੇ ਕਿਰਪਾਲਾ, ਕਹਿਓ ਸ਼ਲੋਕ ਸਕਲ ਤਿਸ ਕਾਲਾ। ਤੇ ਆਕਾਸ਼ ਵਿੱਚ ਜਦੋਂ ਸਾਹਿਬ ਐਵੇਂ ਤੱਕਿਆ, ਥੋੜੇ ਸਮੇਂ ਬਾਅਦ ਜਦੋਂ ਕਾਲੀਆਂ ਘਟਾਵਾਂ ਚੜ੍ਹ ਕੇ ਆਈਆਂ ਤੇ ਸਾਧ ਸੰਗਤ ਜੀ ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਜੀ ਮੁਸਕਰਾ ਪਏ। ਸਾਹਿਬ ਜਦੋਂ ਮੁਸਕਰਾਏ ਆਕਾਸ਼ ਵੱਲ ਵੇਖ ਕੇ, ਲੋਕ ਹਜ਼ਾਰੋਂ ਵਿਖੇ ਤਮਾਸ਼ਾ, ਸੁਣਿਓ ਸਰੋਨਾ ਇਨ ਸ਼ਬਦ ਪ੍ਰਕਾਸ਼ਾ। ਜਿੰਨੀ ਸੰਗਤ ਉੱਥੇ ਹਾਜ਼ਰ ਸੀ ਸਾਰੇ ਬਹੁਤ ਹੈਰਾਨ ਸਨ ਕਿ ਅਸੀਂ ਵਾਕਿਆ ਹੀ ਇੱਕ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਏ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਵਸ ਵਿੱਚ ਦੁਨੀਆ ਦੀਆਂ ਤਮਾਮ ਤਾਕਤਾਂ ਨੇ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਇਹ ਭਾਈ ਕਿਹੜੀ ਦਾਤ ਆ, ਕਿਹੜੀ ਐਸੀ ਰਹਿਮਤ ਆ ਜਿਹੜੀ ਉਹ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਵਸ ਵਿੱਚ ਨਾ ਹੋਵੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਇਹ ਭੁੱਖ ਦਾ ਦੁੱਖ, ਇਹ ਔੜ ਦਾ ਦੁੱਖ, ਇਹ ਵੀ ਤੇ ਦੁੱਖ ਆ ਜਦੋਂ ਸੱਚੇ ਪ੍ਰਮਾਤਮਾ ਦੀ ਸ਼ਰਨ ਪੈ ਜਾਈਏ। ਤੇ ਪਾਤਸ਼ਾਹ ਜੀ ਕਿਰਪਾ ਕਰਦੇ ਆ, ਕਹਿਣ ਲੱਗੇ ਦੁੱਖ ਸਭ ਵਿਸਾਰਨਾ, ਸਭ ਦੁੱਖ ਵਿਸਰ ਜਾਣਗੇ ਜੇ ਤੈਨੂੰ ਪ੍ਰਮਾਤਮਾ ਚੇਤੇ ਆ ਗਿਆ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਤੇਰਾ ਕੋਈ ਵੀ ਕਾਰਜ ਹੋਵੇ ਉਹ ਪ੍ਰਮਾਤਮਾ ਮਨਾ ਥੋੜੀ ਕਰਦਾ ਵੀ ਇਹ ਵਾਲਾ ਕਾਰਜ ਮੈਂ ਨਹੀਂ ਕਰਨਾ। ਸਤਿਗੁਰੂ ਤੇ ਸਭ ਕਾਰਜ ਕਰਨ ਦੀ ਸਮਰੱਥਾ ਰੱਖਦੇ ਤੇ ਅੰਗੀਕਾਰ ਕਰਦੇ ਆ। ਕੋਈ ਭਾਵਨਾ ਵਾਲਾ ਸ਼ਰਨ ਵਿੱਚ ਪਵੇ ਤੇ ਸਹੀ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਜੋ ਜੋ ਕਹੈ ਠਾਕੁਰ ਪੈ ਸੇਵਕ, ਤਤਕਾਲ ਹੋਏ ਆਵੈ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਰਹਿਮਤ ਦੀ ਨਿਗਾਹ ਨਾਲ ਵੇਖਿਆ, ਕਾਲੀਆਂ ਘਟਾਵਾਂ ਚੜ੍ਹ ਕੇ ਆਈਆਂ। ਸਾਰੀ ਸੰਗਤ ਬੜੀ ਹੈਰਾਨ ਹੋਈ ਤੇ ਮੇਰੇ ਸਾਹਿਬਾਂ ਨੇ ਆਸਾ ਕੀ ਵਾਰ ਦਾ ਬੋਲ ਰੱਬੀ ਬਾਣੀ ਦਾ ਫਿਰ ਉਚਾਰਨ ਕੀਤਾ ਹੈ। ਭੈ ਵਿੱਚ ਪਵਨ ਵਹੈ ਸਦਵਾਉ, ਭੈ ਵਿੱਚ ਚੱਲਹਿ ਲੱਖ ਦਰਿਆ। ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੀ ਰੱਬੀ ਬਾਣੀ ਦੇ ਬੋਲ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹਵਾ ਅੱਠੇ ਪੈਰ ਵਗ ਰਹੀ ਆ, ਹਰ ਵੇਲੇ ਵਗ ਰਹੀ ਆ। ਤੇ ਫਿਰ ਵਗਦਿਆਂ ਹੋਇਆ ਕਦੀ ਕਿਸੇ ਦੇ ਨਾਲ ਈਰਖਾ ਨਹੀਂ ਕਰਦੀ। ਹਵਾ ਵਗਦੀ ਹੋਵੇ ਤੇ ਕਦੇ ਹਵਾ ਨੇ ਕਿਹਾ ਵੀ ਤੇਰਾ ਰੰਗ ਕਾਲਾ ਮੈਂ ਤੈਨੂੰ ਠੰਡਕ ਨਹੀਂ ਦੇਣੀ, ਤੇਰਾ ਰੰਗ ਚਿੱਟਾ ਤੇ ਮੈਂ ਤੈਨੂੰ ਠੰਡਕ ਨਹੀਂ ਦੇਣੀ, ਤੇਰੇ ਕੋਲ 4 ਛਿੱਲੜ ਹੈਗੇ ਨੇ ਮੈਂ ਤਾਂ ਕਰਕੇ ਤੈਨੂੰ ਹਵਾ ਮਿਲ ਰਹੀ ਆ, ਜਾਂ ਕਿਸੇ ਕੋਲ ਨਹੀਂ ਨੇ ਤੇ ਉਹਨੂੰ ਨਹੀਂ ਮਿਲ ਰਹੀ। ਉਹ ਕਿਸੇ ਦੇ ਨਾਲ ਕੋਈ ਈਰਖਾ ਨਹੀਂ ਕਰਦੀ। ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹਰ ਇੱਕ ਪ੍ਰਾਣੀ ਮਾਤਰ ਸਵਾਸ ਲੈ ਰਿਹਾ ਹੈ ਹਵਾ ਦੇ ਵਿੱਚ, ਤੇ ਉਹ ਹਵਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਲੱਖਾਂ ਦਰਿਆ ਉਹਦੇ ਰਜ਼ਾ ਵਿੱਚ ਨੇ। ਭੈ ਵਿੱਚ ਅਗਨ ਕੱਢੈ ਵੇਗਾਰ, ਅੱਗ ਉਹਦੇ ਭੈ ਵਿੱਚ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ। ਹਰ ਇੱਕ ਰੁੱਖ ਹਰ ਇੱਕ ਲੱਕੜ ਵਿੱਚ ਆ ਗਿਆ, ਪਰ ਉਹਦੇ ਭੈ ਵਿੱਚ ਹੋਣ ਕਰਕੇ ਉਹ ਪ੍ਰਗਟ ਉਦੋਂ ਹੁੰਦੀ ਆ ਜਦੋਂ ਉਹਨੂੰ ਪ੍ਰਗਟ ਕੀਤਾ ਜਾਂਦਾ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਧਰਤੀ ਉੱਤੇ ਅਨੇਕਾਂ ਜੀਵ ਜੰਤੂਆਂ ਦਾ ਭਾਰ ਹੈ, ਪਰ ਇਹ ਉਹਦੇ ਆਪਣੇ ਭੈ ਵਿੱਚ ਆ, ਉਹਦੇ ਹੁਕਮ ਵਿੱਚ ਆ। ਭੈ ਵਿੱਚ ਇੰਦ ਫਿਰੈ ਸਿਰ ਭਾਰ। ਆਕਾਸ਼ ਦੇ ਵਿੱਚ ਮੰਡਰਾਉਂਦੇ ਹੋਏ ਬੱਦਲ ਜਿਨ੍ਹਾਂ ਦੇ ਵਿੱਚ ਮਣਾ ਮੋਹੀ ਪਾਣੀ ਹੈ, ਇਹ ਉਹਦੀ ਮਰਜ਼ੀ ਦੇ ਵਿੱਚ ਆ, ਉਹਦੀ ਰਜ਼ਾ ਵਿੱਚ ਆ। ਇੱਥੇ ਮੀਂਹ ਪੈ ਰਿਹਾ ਹੈ, ਵੱਟ ਤੋਂ ਦੂਜੇ ਪਾਸੇ ਇੱਕ ਕਣੀ ਵੀ ਕਈ ਵਾਰੀ ਨਹੀਂ ਡਿੱਗੀ ਹੁੰਦੀ। ਇਹ ਉਹਦੀ ਆਪਣੀ ਰਜ਼ਾ ਆ, ਉਹਦੀ ਆਪਣੀ ਮੌਜ ਹੈ। ਭੈ ਵਿੱਚ ਇੰਦ ਫਿਰਿਆ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦਵਾਰ। ਉਹ ਧਰਮ ਰਾਜ ਉਹਦੇ ਭੈ ਵਿੱਚ ਆ। ਭਾਈ ਤੁਸੀਂ ਵੱਖ ਵੱਖ ਕਿਉਂ ਸਾਹਿਬਾਂ ਨੇ ਆਖਿਆ? ਕਿਉਂਕਿ ਲੋਕ ਕੋਈ ਹਵਾ ਦੀ ਪੂਜਾ ਕਰ ਰਿਹਾ ਸੀ, ਕੋਈ ਸੱਪਾਂ ਦੀ ਪੂਜਾ ਕਰੀ ਜਾਂਦਾ, ਕੋਈ ਇੰਦਰ ਦੀ ਪੂਜਾ ਕਰੀ ਜਾਂਦਾ, ਕੋਈ ਵਿਸ਼ਨੂੰ ਨੂੰ ਪੂਜੀ ਜਾਂਦਾ ਹੈ, ਕੋਈ ਸ਼ਿਵ ਨੂੰ ਪੂਜਦਾ ਸੀ ਕਿ ਫਲਾਣੀ ਦਾਤ ਦਾ ਮਾਲਕ ਇਹ ਹੈ, ਪੈਦਾ